हाँ जी दोस्तों, मीडिया प्रवास ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦੇ ਇਸ 13ਵੇਂ ਐਪੀਸੋਡ ਦੇ ਵਿੱਚ ਅੱਜ ਸਾਡੇ ਨਾਲ ਪੰਜਾਬੀ ਦੇ 10 ਸ਼ਾਇਰ ਨੇ। ਇਹਨਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਐਸ ਨਸੀਮ ਸਰ, ਮਨਜੀਤ ਪੁਰੀ ਜੀ, ਜੈਪਾਲ ਸਰ, मैडम मनिंदर मन, अली खादिम, राजदीप तूर, अनु बाला, लिपि दा महादेव, मैडम सतनाम चौहान, सतीश विद्रोही। पंजाबी मां बोली ते इन्हां माणमੱਤੇ 10 ਸ਼ਾਇਰਾਂ ਦਾ मीडिया प्रवास ਵੱਲੋਂ एक बारी फिर बहुत बहुत स्वागत। दोस्तों, ਅਸੀਂ ਹੁਣ तक 12 ਐਪੀਸੋਡ कर चुके हैं संघर्षां ਦੇ ਦੌਰ ਵਿੱਚ ਸ਼ਾਇਰੀ ਦੇ। ਅੱਜ 13ਵਾਂ ਐਪੀਸੋਡ ਹੈ ਤੇ ਪਿਛਲੇ 12 ਐਪੀਸੋਡ ਦੇ ਵਿੱਚ ਲਗਭਗ 120 ਦੇ ਕਰੀਬ ਪੰਜਾਬੀ ਸ਼ਾਇਰ ਸਾਡੇ ਇਸ ਪ੍ਰੋਗਰਾਮ ਰਾਹੀਂ ਸੰਘਰਸ਼ਾਂ ਦੇ ਬੋਲ ਆਵਾਮ ਦੇ ਨਾਲ ਸਾਂਝਾ ਕਰ ਚੁੱਕੇ ਨੇ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਇਸ ਵੇਲੇ ਦੁਨੀਆ ਇੱਕ ਬਹੁਤ ਵੱਡੇ ਸੰਘਰਸ਼ ਨੂੰ ਦੇਖ ਰਹੀ ਹੈ। ਸ਼ਾਇਦ ਇਸ ਧਰਤੀ ਦਾ ਸਭ ਤੋਂ ਵੱਡਾ ਸੰਘਰਸ਼ ਹੈ, ਜਿਹਦੇ ਵਿੱਚ ਇੱਕ ਪਾਸੇ ਉਹ ਲੋਕ ਨੇ ਕਿ ਸਾਡੀ ਰੋਟੀ ਖੋ ਰਹੇ ਨੇ, ਇੱਕ ਪਾਸੇ ਉਹ ਲੋਕ ਨੇ ਜਿਹੜੇ ਰੋਟੀ ਖਾ ਰਹੇ ਨੇ ਤੇ ਰੋਟੀ ਕਮਾ ਰਹੇ ਨੇ ਤੇ ਰੋਟੀ ਪੈਦਾ ਕਰ ਰਹੇ ਨੇ। ਇਹ ਆਵਾਮ ਦੀ ਲੜਾਈ ਹੈ ਤੇ ਇਸ ਆਵਾਮ ਦੀ ਲੜਾਈ ਦੇ ਵਿੱਚ ਕਲਮਾਂ ਵਾਲੇ ਹਮੇਸ਼ਾ ਆਵਾਮ ਦੇ ਨਾਲ ਖੜੇ ਨੇ। ਪੰਜਾਬੀ ਸਾਹਿਤ ਨੂੰ, ਪੰਜਾਬੀ ਅਦਬ ਨੂੰ ਇਹ ਮਾਣ ਪ੍ਰਾਪਤ ਹੈ ਕਿ ਪੰਜਾਬੀ ਅਦਬ ਨੇ ਕਦੇ ਵੀ ਬਾਦਸ਼ਾਹਾਂ ਦਾ ਸਾਥ ਨਹੀਂ ਦਿੱਤਾ, ਆਵਾਮ ਦਾ ਸਾਥ ਦਿੱਤਾ ਹੈ, ਬਾਗੀਆਂ ਦਾ ਸਾਥ ਦਿੱਤਾ ਹੈ, ਯੋਧਿਆਂ ਦਾ ਸਾਥ ਦਿੱਤਾ ਹੈ, ਵਿਦਰੋਹੀਆਂ ਦਾ ਸਾਥ ਦਿੱਤਾ ਹੈ। ਚਾਹੇ ਉਹ ਸੁੱਚਾ ਸੂਰਮਾ ਤੇ ਚਾਹੇ ਉਹ ਦੁੱਲਾ ਭੱਟੀ ਹੈ ਤੇ ਚਾਹੇ ਜਿਉਣਾ ਮੋੜ ਹੈ ਤੇ ਚਾਹੇ ਸ਼ਹੀਦ ਭਗਤ ਸਿੰਘ ਹੈ ਤੇ ਚਾਹੇ ਉਸ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੀ ਪਰੰਪਰਾ ਤੇ ਚਾਹੇ ਸਾਡੇ ਸੂਫੀ ਕਵੀ ਨੇ। ਸਾਡੇ ਸਾਰਿਆਂ ਦੇ ਵਿੱਚ ਸਾਡੀਆਂ ਕਲਮਾਂ ਨੂੰ ਇਹ ਸਰਾਪ ਹੈ ਜਾਂ ਵਰ ਹੈ ਕਿ ਸਾਨੂੰ ਹਮੇਸ਼ਾ ਅਸੀਂ ਆਵਾਮ ਦੇ ਨਾਲ ਖੜੇ ਹਾਂ ਤੇ ਹਮੇਸ਼ਾ ਅਸੀਂ ਸੱਤਾ ਦੇ ਨਾਲ ਟੱਕਰ ਲਈ ਹੈ। ਸੋ ਇਸ ਵੇਲੇ ਵੀ ਪੰਜਾਬੀ ਸਾਹਿਤ ਦੀ ਕੋਈ ਵੀ ਸਿਨਫ ਹੈ ਜਿਹੜੀ ਉਹ ਆਪੋ ਆਪਣੀ ਤਾਕਤ ਦੇ ਨਾਲ ਸੱਤਾ ਦੇ ਉਸ ਦਮਨ ਦੇ ਖਿਲਾਫ ਲੜ ਰਹੀ ਹੈ। ਹਾਕਮ ਜਿੰਨੇ ਮਰਜ਼ੀ ਜਿੱਤ ਦਾ ਦਾਅਵਾ ਕਰੇ, ਪਰ ਜਿਹਨੂੰ ਹਾਕਮ ਨੂੰ ਇਹ ਲੱਗਦਾ ਹੈ ਕਿ ਮੈਂ ਜਿੱਤ ਰਿਹਾ ਲਗਾਤਾਰ, ਮੇਰੀ ਤਾਕਤ ਵੱਧ ਹੈ, ਤਾਂ ਅਸੀਂ ਆਵਾਮ, ਕਿਸਾਨ, ਮਜ਼ਦੂਰ ਉਹਦੇ ਚਿਹਰੇ ਤੇ ਜਿਹੜੀ ਇੱਕ ਖਾਸ ਕਿਸਮ ਦਾ ਸਕੂਨ ਹੈ, ਖਾਸ ਕਿਸਮ ਦੀ ਜਿਹੜੀ ਸੰਤੁਸ਼ਟੀ ਹੈ, ਜਿਹੜੀ ਲੜਨ ਤੋਂ ਬਾਅਦ ਤੇ ਸੰਘਰਸ਼ ਤੋਂ ਬਾਅਦ ਹੀ ਆ ਸਕਦੀ ਹੈ। ਉਹ ਜਿਹੜੀ ਸੰਤੁਸ਼ਟੀ ਦਾ ਰੰਗ ਹੈ, ਉਹ ਜਿਹੜਾ ਜੋਸ਼ ਦਾ ਰੰਗ ਹੈ, ਉਹ ਸਾਡੇ ਕਿਸਾਨ ਦੇ ਤੇ ਆਵਾਮ ਦੇ ਤੇ ਕਲਮਾਂ ਵਾਲਿਆਂ ਦੇ ਚਿਹਰੇ ਤੇ ਹੈ। ਮੈਨੂੰ ਕੁਝ ਲਾਈਨਾਂ ਚੇਤੇ ਆ ਰਹੀਆਂ ਨੇ। ਕਿਉਂ ਜਿੱਤ ਕੇ ਵੀ ਤੇਰੇ ਹੈ ਹੋਠੀ ਮਾਯੂਸੀ, ਕਿਉਂ ਹਾਰ ਕੇ ਵੀ ਉਹ ਮੁਸਕਰਾ ਰਿਹਾ ਹੈ ਦੱਸ। ਤੂੰ ਜਿੱਤਾਂ ਦੀ ਕਲੰਗੀ ਹੈ ਸਿਰ ਤੇ ਸਜਾਈ, ਪਰ ਪਰਚਮ ਕਿਉਂ ਉਹਦਾ ਲਹਿਰਾ ਰਿਹਾ ਹੈ ਦੱਸ। ਦਫਨ ਨੇ ਕਬਰਾਂ 'ਚ ਲੱਖਾਂ ਸਿਕੰਦਰ, ਨਾਲ ਹੀ ਦਫਨ ਮਗਰੂਰੀ ਉਹਨਾਂ ਦੇ। ਲਸ਼ਕਰਾਂ ਨੂੰ ਪਾਸੇ ਹਟਾ ਕੇ ਤੂੰ ਦੇਖੀ, ਨਾਲ ਹੀ ਦਫਨ ਹਜ਼ੂਰੀ ਉਹਨਾਂ ਦੇ। ਕਿਲੇ ਤੇ ਫਸੀਲਾਂ ਤੇ ਫੰਡਰ ਦਲੀਲਾਂ, ਕਿੱਲਾਂ ਤੇ ਤਾਰਾਂ ਇਤਿਆਦੇ ਹਜ਼ਾਰਾਂ, ਫਿਰ ਵੀ ਕਿਉਂ ਗਾਜ਼ੀ ਸਿਰ ਉਠਾ ਰਿਹਾ ਹੈ ਦੱਸ। ਕਿਉਂ ਜਿੱਤ ਕੇ ਵੀ ਤੇਰੇ ਹੈ ਹੋਠੀ ਮਾਯੂਸੀ, ਕਿਉਂ ਹਾਰ ਕੇ ਵੀ ਉਹ ਮੁਸਕਰਾ ਰਿਹਾ ਹੈ। तो दोस्तों, ਜਿਹੜਾ ਹਾਕਮ ਹੈ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਤਾਕਤਵਰ ਸਮਝਦਾ ਹੋਵੇ, ਪਰ ਇਸ ਵੇਲੇ ਆਵਾਮ ਨੇ ਜਿਸ ਸ਼ਿੱਦਤ ਨਾਲ, ਜਿਸ ਤਾਕਤ ਨਾਲ ਉਸ ਦਮਨਕਾਰੀ ਸੱਤਾ ਦਾ ਮੁਕਾਬਲਾ ਕੀਤਾ, ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਬਾਕਮਾਲ ਹੈ। ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਸੰਘਰਸ਼ ਸਾਡੇ ਸਮਿਆਂ ਦੇ ਵਿੱਚ ਹੋ ਰਿਹਾ ਹੈ। ਅਸੀਂ ਇਸ ਸੰਘਰਸ਼ ਦੇ ਵਿੱਚ ਦਰਸ਼ਕ ਨਹੀਂ, ਅਸੀਂ ਵੀ ਖਿਡਾਰੀ ਹਾਂ, ਅਸੀਂ ਵੀ ਆਪਣੀ ਭੂਮਿਕਾ ਅਦਾ ਕਰ ਰਹੇ ਹਾਂ। ਸੋ ਇਸ ਕਾਫਲੇ ਦੇ ਵਿੱਚ ਆਪਣੇ ਸ਼ਬਦਾਂ ਦੀ ਆਹੂਤੀ ਪਾਉਣ ਲਈ 10 ਸ਼ਾਇਰ ਅੱਜ ਇਕੱਠੇ ਹੋਏ ਨੇ। ਮੇਰੇ ਨਾਲ ਸੁਖਜੀਵਨ ਮੇਰੇ ਕੋ-ਹੋਸਟ ਨੇ, ਹੋਰ ਵੀ ਕਈ ਸਾਰੇ ਦੋਸਤ ਇੱਥੇ ਤੇ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਲਗਭਗ ਹਰ ਵਾਰ ਜੁੜਦੇ ਨੇ। ਇਹ ਪ੍ਰੋਗਰਾਮ ਜ਼ੂਮ ਰਾਹੀਂ ਫੇਸਬੁੱਕ ਤੇ ਲਾਈਵ ਹੋ ਰਿਹਾ ਹੈ ਤੇ ਮੈਂ 2 ਬੇਨਤੀਆਂ ਤੁਹਾਨੂੰ ਕਰਨੀਆਂ ਨੇ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ। ਪਹਿਲੀ ਬੇਨਤੀ ਇਹ ਹੈ ਕਿ ਤੁਸੀਂ 5 ਤੋਂ 7 ਮਿੰਟ ਦੇ ਵਿੱਚ ਬਿਨਾਂ ਕਿਸੇ ਭੂਮਿਕਾ ਦੇ ਜਿੰਨਾ ਕੁਝ ਸੁਣਾ ਸਕਦੇ ਹੋ ਉਹਨਾਂ ਸੁਣਾਏ। ਦੂਜੀ ਬੇਨਤੀ ਇਹ ਹੈ ਕਿ ਮੈਂ ਤੁਹਾਨੂੰ ਤਰਤੀਬ ਦੱਸ ਰਿਹਾ, ਉਸ ਤਰਤੀਬ ਦੇ ਮੁਤਾਬਕ ਪਲੀਜ਼ ਥੋੜਾ ਜਿਹਾ ਮੈਂਟਲੀ ਪ੍ਰਪੇਅਰ ਰਹਿਣਾ। ਇੱਕੋ ਰਾਊਂਡ ਹੋਊਗਾ ਬਸ, ਉਸ ਰਾਊਂਡ ਦੇ ਵਿੱਚ 5 ਤੋਂ 7 ਮਿੰਟ ਦੇ ਵਿੱਚ ਆਪਣੀ 1 ਕਵਿਤਾ ਜਾਂ 2 ਕਵਿਤਾ ਜਿੰਨੀ ਵੀ ਸੁਣਾ ਸਕਦੇ ਹੋ ਉਹ ਅਸੀਂ ਤੁਹਾਡੇ ਤੋਂ ਸੁਣਾਂਗੇ। ਅਸੀਂ ਸ਼ੁਰੂ ਕਰਾਂਗੇ ਸਤੀਸ਼ ਵਿਦਰੋਹੀ ਹੋਰਾਂ ਤੋਂ।
उस तो बाद राजदीप तूर होरी, फिर मैडम अनुबाला, फिर जयपाल सर, उस तो बाद लिपि दा महादेव, उस तो बाद मैडम मनिंदर मन, फिर पाली खादम, फिर मैडम सतनाम चौहान, उस तो बाद मनजीत पुरी ते अखीर ते महफल दे क्लाइमैक्स ते ਅਸੀਂ ਸੁਣਾਂਗੇ ਐਸ ਨਸੀਮ ਹੋਰਾਂ ਨੂੰ, ਜਿਹੜੇ ਸਾਡੇ ਬਹੁਤ ਸਤਿਕਾਰਤ ਪੰਜਾਬੀ ਦੇ ਜਿਹੜੇ ਹੈਗੇ ਨੇ ਗਜ਼ਲ ਗੋ ਨੇ, ਗਜ਼ਲਕਾਰ ਨੇ ਤੇ ਸਾਡੀ ਪੰਜਾਬੀ ਗਜ਼ਲ ਦਾ ਮਾਣ ਨੇ। ਸੋ ਇਹ ਇੱਕ ਤਰਤੀਬ ਹੈ ਸਾਡੀ। ਮੈਂ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦਾ ਹੋਇਆ ਸੱਦਾ ਦੇ ਰਿਹਾ ਸਤੀਸ਼ ਵਿਦਰੋਹੀ ਨੂੰ। ਤੇ ਸਤੀਸ਼ ਵਿਦਰੋਹੀ ਭਾਵੇਂ ਪੰਜਾਬੀ ਕਵਿਤਾ ਦੇ ਵਿੱਚ ਨਵਾਂ ਹੈ, ਪਰ ਪੁਆਧ ਦੇ ਰੰਗ ਦੇ ਨਾਲ ਰੰਗਿਆ ਹੋਇਆ ਸਤੀਸ਼ ਵਿਦਰੋਹੀ ਆਵਾਮ ਦੀ ਆਵਾਜ਼ ਕਿਵੇਂ ਬਣਦਾ ਹੈ, ਉਹਦੇ ਅੰਦਰ ਉਹ ਯਥਾਰਥ ਕਿਵੇਂ ਫੁੱਟ ਕੇ ਨਿਕਲਦਾ ਹੈ, ਜਿਹੜੇ ਯਥਾਰਥ ਨੂੰ ਉਹ ਜਿਉਂਦਾ ਹੈ, ਉਹ ਯਥਾਰਥ ਉਹਦੀ ਕਵਿਤਾ ਦੇ ਵਿੱਚ ਕਿਵੇਂ ਆ ਰਿਹਾ, ਆਓ ਸੁਣਦੇ ਹਾਂ ਸਤੀਸ਼ ਵਿਦਰੋਹੀ ਹੋਰਾਂ। ਜੀ ਸਤੀਸ਼ ਵਿਦਰੋਹੀ ਜੀ, ਆਪਣਾ ਮਾਈਕ ਔਨ ਕਰ ਲਓ ਪਲੀਜ਼, ਤੁਸੀਂ ਮਾਈਕ ਬੰਦ ਕੀਤਾ ਹੈ। ਹਾਂਜੀ ਹੁਣ ਬੋਲੋ। ਬਹੁਤ ਧੰਨਵਾਦ ਜੀ। ਆਵਾਜ਼ ਆਉਂਦੀ ਹੈ ਜੀ ਠੀਕ ਜੀ? ਹਾਂ ਹਾਂ ਆ ਰਹੀ ਹੈ। ਬੋਲੀ ਮਾਰੀ ਦੇਖੋ ਕਿੰਨੀ ਮਿੱਠੀ ਲੱਗਾ, ਬਾਬੇ ਨਾਨਕ ਨੇ ਸੱਚੀ ਉਹ ਬਣਾਈ ਹੋਵੇਗੀ। और बच्चा बच्चा दुखी धरती के उस कोने पा लगा बीजेपी ने सरकार बनाई होगी। थोड़ा जिहा उत्ची बोलो जी। बहुत ही शेर नाल आपां स्टार्ट कर रहे हैं जी। हां थोड़ा जिहा उत्ची जी। तां जी बोली मारी देखो किन्नी मिठी लगा, सच्चियो बाबे नानक ने बनाई होवेगी। बच्चा बच्चा दुखी धरती के उस कोने पा लगा बीजेपी ने सरकार बनाई होवेगी। और एप्पल पा एक बुड़का सा मारिया हुआ, एप्पल के फोन पा एप्पल पा एक बुड़का सा मारिया हुआ, किसे अंग्रेज ने झूठ खिड़ाई होवेगी। और जो टब्बर भी इब रह नहीं सकता मिलका, एक टब्बर भी इब रह नहीं सकता मिलका। लैपटॉप और कंप्यूटर मोबाइल ने पक्का बंडी पाई होवेगी। और चार्जर बैटरी फोन चक का गिर ये रुड़ी पा, चार्जर बैटरी फोन चक का गिर ये रुड़ी पा। मन्नू लगा भी वो पक्का मेरी ताई होवेगी। और फैसले फूसले तो पुराने बुढ़े कर गए बस, फैसले फूसले तो पुराने बुढ़े कर गए बस। अजकल तो बस काले कोट का चिट्टी टाई होवेगी। और यारी जट की टूंत का मोछा उही नहीं, यारी जट की टूंत का मोछा उही नहीं बन गई। पता नहीं किन्नी बार छांव चंगाई होवेगी। और ज्यादा खान सूर्या के मुंह पा मास्क होने ही थे, ज्यादा खान सूर्या के मुंह पा मास्क होने ही थे। मेरे बापू ने मैं इसके मुंह पा ताइयों छिक्की पाई होगी, मेरे बापू ने मैं इसके मुंह पा ताइयों छिक्की पाई होगी। और बिना भरे ही खजाना खाली हो जाए ईब तो, बिना भरे ही खजाना खाली हो जाए ईब तो। लगा किसे बादल ने पंजे मां तखड़ी फसाई, लगा किसे बादल ने पंजे मां तखड़ी फसाई होवेगी। और वोटां ते पहला भौंका फिर वड भी लिहा लीडर, वोटां ते पहला भौंका फिर वड भी लिहा लीडर। यो ना सोचियो भी लोकतंत्र मां कली भौंक भंकाई होवेगी। एक हासी वाला शेर है जी नाल, कह रहा जी कल बकरी ने शेर मार दिया, यो गल समय सच जानी। कल बकरी ने शेर मार दिया, यो गल समय सच जानी हो। पक्का उसने मेरी गजला की काफी खाई होगी, पक्का उसने मेरी गजला की काफी खाई होगी। और इवी समझा दो अपना इतिहास जवाकां नूं, दिल्ली वाला इवी समझा दो अपना इतिहास जवाकां नूं, नहीं फिर सारे टब्बर की मगज खपाई होगी। और इस बार तो कणकां भी लहरा रही हैं, किसान भरावां वास्ते है जी। इस बार तो कणकां भी लहरा रही हैं। लगा मोदी ने काले कानूना की कपैन चलाई होगी, लगा मोदी ने काले कानूना की कपैन चलाई होगी। न अबला उबला दासियां दुसियां बननियां नहीं। किसान संघर्ष के बाद एक बहुत बड़ा बदलाव आने वाला साडी नारी शक्ति। न अबला उबला दासियां दुसियां बननियां नहीं। मारियां कुड़ियां रानी झांसी और मां मीराबाई होवेगी।
और नुए लुटेंगे थानू दिन रात के चौकीदार। नुए लुटेंगे थानू दिन रात के चौकीदार। विद्रोही जे जनता इतनी भूख नींद में सोवेगी। विद्रोही जे जनता इतनी भूख नींद में सोवेगी। बहुत अच्छे। नाली दूजी रचना ली जो मैं इशारा करते मेरे टाइम होगा। मैं चरखा हाँ। बस 2 रचना में सुना दो। मैं चरखा हाँ मैं चरखा हाँ ना गांधी दा ना मोदी दा। सगों कमजोर मां ते बुढ़ी दादी दा हाँ। मैनू घुमाया नहीं जाता। मैं तो आप मुहारे घूमन लगदा हाँ। मैं खादी ते मखमली पा के नहीं घूमदा। कबीलदारी दी चकरी मैनू तेज घुमाउंदी है। मेरी माल दी डोरी इन्नी पक्की नहीं। गरीब नू जकड़दे कबीलदारी दे संगल जी। समय दियां सरकारां ने प्रदर्शनियां च पोले पोले हत्थां नाल हौली हौली घुमाया मैनू। पर बुढ़ी मां ने दमे दे मरीज दे साहां वांग चक्कर नहीं टुटन दिते मेरे। तां जो सूत कत के बेच के टब्बर दा पेट भर जे। मैं कदे कॉटन उन मखमल नहीं कतदा। डॉक्टर साहब सुनने वाली गल है जी। मैं कदे कॉटन उन मखमल नहीं कतदा। मैं तां दरिद्री घर दी छत्ती ते पए पुराने गले सड़े गदैले दा लोगड़ कतदा। क्या बात है। सच्ची मैं कदे मेले त्रिंजां दा शिंगार भी नहीं बनया। हमेशा बैन उदास गीतां च मेरी घूं घूं उच्ची हुई है। ते मेरी घूं घूं सुन के पहाड़ों जोगी आउंदे ने मोदी नहीं आउंदे। मेरी कत्तण वाली भी मर गई हुण तां बस चक्कर बन के तिरंगे च फस गया मैं। अधूरा अडोल घूमना भुल गया हुण। जो घूमदा नहीं ओहदे माड़े दिन आउंदे ने। विद्रोही होरी रौला पाई जांदे ने विकास होगा अच्छे दिन आएंगे विकास होगा अच्छे दिन आएंगे। धन्यवाद जी। 2 रचनावां सी ते समा तकरीबन मैं लिख लिया होना। तुहाडे सारिਆਂ ਦਾ बहुत बहुत धन्यवाद। ਦੁਬਾਰਾ ਦਰਸ਼ਨ ਤੁਹਾਡਾ ਆਸ਼ੀਰਵਾਦ ਦੇ ਨਾਲ ਜੇ ਸੰਭਵ ਹੋਏਗਾ ਕਰਾਂਗੇ। थैंक यू सर जी। बहुत बहुत धन्यवाद विद्रोही जी। ਤੁਹਾਡਾ ਪੁਆਧ ਦਾ ਰੰਗ बहुत खूबसूरत ਸੀ ਤੇ ਚਰਖਾ ਵੀ ਤੁਹਾਡਾ ਬਹੁਤ ਅੱਛਾ ਘੁੰਮਿਆ। ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਹੁਣ ਆਪਾਂ ਸਾਡੇ ਬਹੁਤ ਹੀ ਸਮਰੱਥਾ ਭਰਪੂਰ ਸ਼ਾਇਰ ਰਾਜਦੀਪ ਤੂਰ ਹੋਰਾਂ ਨੂੰ ਸੁਣਦੇ ਹਾਂ। ਬਹੁਤ ਸਵਾਗਤ ਹੈ ਰਾਜਦੀਪ ਤੂਰ ਜੀ ਤੁਹਾਡਾ। ਆਪਣਾ ਮਾਈਕ ਔਨ ਕਰ ਲਓ ਪਲੀਜ਼। ਮਾਈਕ ਤੁਸੀਂ ਔਨ ਕਰ ਸਕਦੇ ਹੋ ਸਰ ਸਾਰੇ, ਪਰ ਡਿਸਟਰਬੈਂਸ ਨਾ ਹੋਵੇ ਵਿੱਚੋਂ। ਆਪਾਂ ਦਾਦ ਦੇ ਸਕਦੇ ਹਾਂ, ਇੱਕ ਦੂਜੇ ਨੂੰ ਰਿਸਪੌਂਡ ਕਰ ਸਕਦੇ ਹਾਂ ਜੀ। ਰਾਜਦੀਪ ਤੂਰ ਜੀ। हाँ जी, मेरी आवाज आ रही है जी? हाँ जी बिल्कुल आ रही है। ठीक है जी। अपनी एक गजल दे 4-5 शेर आप जी साझे करूंगा जी। गजल का मतलब है ਇਹ ਗਣਤ ਨਾ ਸਮਝ ਸਾਡੀ ਆਇਆ ਕਦੇ। ਇਹ ਗਣਤ ਨਾ ਸਮਝ ਸਾਡੀ ਆਇਆ ਕਦੇ। ਜੋੜ ਸਾਡੇ ਉਹ ਹਾਸਲ ਕਿਵੇਂ ਹੋ ਗਏ। ਜਦ ਸਵਾਲਾਂ ਤੇ ਮਿਹਨਤ ਅਸਾਡੀ ਰਹੀ। ਜਦ ਸਵਾਲਾਂ ਤੇ ਮਿਹਨਤ ਅਸਾਡੀ ਰਹੀ ਉਹ ਜਵਾਬਾਂ ਚ ਸ਼ਾਮਲ ਕਿਵੇਂ ਹੋ ਗਏ। ਬਹੁਤ ਅੱਛਾ, ਬਹੁਤ ਸ਼ੁਕਰੀਆ ਸ਼ੁਕਰੀਆ ਜੀ। ਕਦ ਸੁਖਾਲਾ ਰਿਹਾ ਇਸ ਗਲੀ ਲੰਘਣਾ। ਸੀਸ ਨੇਜੇ ਤੇ ਆਪਣਾ ਪਵੇ ਟੰਗਣਾ। ਕਦ ਸੁਖਾਲਾ ਰਿਹਾ ਇਸ ਗਲੀ ਲੰਘਣਾ। ਸੀਸ ਨੇਜੇ ਤੇ ਆਪਣਾ ਪਵੇ ਟੰਗਣਾ। ਜੋ ਵਿਖਾਉਂਦੇ ਨੇ ਚੀਚੀ ਨੂੰ ਲਾ ਕੇ ਲਹੂ ਉਹ ਸ਼ਹੀਦਾਂ ਚ ਸ਼ਾਮਲ ਕਿਵੇਂ ਹੋ ਗਏ। ਬਹੁਤ ਅੱਛਾ ਹੈ, ਬਹੁਤ ਵਧੀਆ ਰਾਜਦੀਪ ਜੀ, ਬਹੁਤ ਅੱਛਾ। ਸ਼ੁਕਰੀਆ ਜੀ ਸ਼ੁਕਰੀਆ। ਬੀਜ ਆਸਾਂ ਉਮੀਦਾਂ ਦੇ ਬੀਜੇ ਅਸੀਂ। ਫਸਲ ਦੀ ਥਾਂ ਤੇ ਸਲਫਾਸ ਉਗਦੀ ਪਈ। ਬੀਜ ਆਸਾਂ ਉਮੀਦਾਂ ਦੇ ਬੀਜੇ ਅਸੀਂ। ਫਸਲ ਦੀ ਥਾਂ ਤੇ ਸਲਫਾਸ ਉਗਦੀ ਪਈ। ਜ਼ੋਰ ਦੇ ਕੇ ਦਿਮਾਗਾਂ ਤੇ ਸੋਚੋ ਜ਼ਰਾ। ਮੌਤ ਦੇ ਬੀਜ ਦਾਖਲ ਕਿਵੇਂ ਹੋ ਗਏ। ਬਹੁਤ ਅੱਛਾ, ਬਹੁਤ ਅੱਛਾ। ਅੰਨਦਾਤੇ ਤਾਂ ਬੇਸ਼ੱਕ ਕਹਾਉਂਦੇ ਰਹੇ। ਜੇਬ ਖਾਲੀ ਰਹੀ ਢਿੱਡ ਭੁੱਖੇ ਰਹੇ। ਅੰਨਦਾਤੇ ਤਾਂ ਬੇਸ਼ੱਕ ਕਹਾਉਂਦੇ ਰਹੇ। ਜੇਬ ਖਾਲੀ ਰਹੀ ਢਿੱਡ ਭੁੱਖੇ ਰਹੇ। ਪੇਟ ਹੋਰਾਂ ਦੇ ਭਰਦੇ ਭਰਾਉਂਦੇ ਅਸੀਂ। ਹੁਣ ਸਜ਼ਾਵਾਂ ਦੇ ਕਾਬਲ ਕਿਵੇਂ ਹੋ ਗਏ। ਇਹ ਜੋ ਸੜਕਾਂ ਤੇ ਉਤਰੇ ਨੇ ਹੱਕਾਂ ਲਈ। ਆਖਦੇ ਹੋ ਤੁਸੀਂ ਸਿਰ ਫਿਰੇ ਲੋਕ ਨੇ।
ਇਹ ਜੋ ਸੜਕਾਂ ਤੇ ਉਤਰੇ ਨੇ ਹੱਕਾਂ ਲਈ, ਆਖਦੇ ਹੋ ਤੁਸੀਂ ਸਿਰ ਫਿਰੇ ਲੋਕ ਨੇ। ਪਾਲਦੇ ਜੋ ਤੁਹਾਡੇ ਹੀ ਕੁਨਬੇ ਰਹੇ, ਹੁਣ ਉਹੀ ਲੋਕ ਪਾਗਲ ਕਿਵੇਂ ਹੋ ਗਏ। ਵਾਹ, ਬਹੁਤ ਅੱਛਾ ਹੈ। ਸ਼ੁਕਰੀਆ ਜੀ। ਇਹ ਗਣਤ ਨਾ ਸਮਝ ਸਾਡੀ ਆਇਆ ਕਦੇ, ਜੋੜ ਸਾਡੇ ਉਹ ਹਾਸਲ ਕਿਵੇਂ ਹੋ ਗਏ। ਜਦ ਸਵਾਲਾਂ ਤੇ ਮਿਹਨਤ ਅਸਾਡੀ ਰਹੀ, ਜਵਾਬਾਂ ਚ ਸ਼ਾਮਲ ਕਿਵੇਂ ਹੋ ਗਏ। ਉਹ ਜਵਾਬਾਂ ਚ ਸ਼ਾਮਲ ਕਿਵੇਂ ਹੋ ਗਏ। ਇੱਕ ਗਜ਼ਲ ਦੇ 4-5 ਸ਼ੇਰ ਹੋਰ ਤੁਹਾਡੇ ਨਾਲ ਸਾਂਝੇ ਕਰੂੰਗਾ। ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ। ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ, ਸਲਤਨਤ ਝੂਠ ਦੀ ਲੋਕੀ ਮਿਟਾ ਕੇ ਜਾਣਗੇ ਹੁਣ ਤਾਂ। ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ, ਸਲਤਨਤ ਝੂਠ ਦੀ ਲੋਕੀ ਮਿਟਾ ਕੇ ਜਾਣਗੇ ਹੁਣ ਤਾਂ। ਨਿਤਾਣੇ ਜਾਣ ਕੇ ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤੇ ਤੂੰ, ਨਿਤਾਣੇ ਜਾਣ ਕੇ ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤੇ ਤੂੰ, ਤੇਰੇ ਇਸ ਤਖਤ ਦੇ ਪਾਵੇ ਹਿਲਾ ਕੇ ਜਾਣਗੇ ਹੁਣ ਤਾਂ। ਇਹਨਾਂ ਦੀ ਜੰਗ ਦਾ ਜਲਵਾ ਨਿਰਾਲਾ ਵੇਖ ਲੈ ਤੂੰ ਵੀ, ਇਹਨਾਂ ਦੀ ਜੰਗ ਦਾ ਜਲਵਾ ਨਿਰਾਲਾ ਵੇਖ ਲੈ ਤੂੰ ਵੀ, ਬਿਨਾਂ ਹਥਿਆਰ ਦੇ ਤੈਨੂੰ ਹਰਾ ਕੇ ਜਾਣਗੇ ਹੁਣ ਤਾਂ। ਬਹੁਤ ਅੱਛਾ ਯਾਰ, ਬਹੁਤ ਅੱਛਾ। ਇਹਨਾਂ ਦੀ ਜੰਗ ਦਾ ਜਲਵਾ ਨਿਰਾਲਾ ਵੇਖ ਲੈ ਤੂੰ ਵੀ, ਬਿਨਾਂ ਹਥਿਆਰ ਦੇ ਤੈਨੂੰ ਹਰਾ ਕੇ ਜਾਣਗੇ ਹੁਣ ਤਾਂ। ਜਿਨ੍ਹਾਂ ਦੀ ਜ਼ਿੰਦਗੀ ਨੂੰ ਤੂੰ ਹਨੇਰੇ ਦੇਣ ਦੀ ਸੋਚੇ, ਜਿਨ੍ਹਾਂ ਦੀ ਜ਼ਿੰਦਗੀ ਨੂੰ ਤੂੰ ਹਨੇਰੇ ਦੇਣ ਦੀ ਸੋਚੇ, ਤੇਰੀ ਦਹਲੀਜ਼ ਤੇ ਦੀਵੇ ਜਗਾ ਕੇ ਜਾਣਗੇ ਹੁਣ ਤਾਂ। ਬਥੇਰੇ ਝੂਠ ਜੁਮਲੇ ਬੋਲਿਆ ਤੂੰ ਯਾਦ ਕਰ, ਪਰ ਇਹ ਬਥੇਰੇ ਝੂਠ ਜੁਮਲੇ ਬੋਲਿਆ ਤੂੰ ਯਾਦ ਕਰ, ਪਰ ਇਹ ਭਰੀ ਮਹਿਫਲ ਚ ਤੈਨੂੰ ਸੱਚ ਸੁਣਾ ਕੇ ਜਾਣਗੇ ਹੁਣ ਤਾਂ। ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ, ਸਲਤਨਤ ਝੂਠ ਦੀ ਲੋਕੀ ਮਿਟਾ ਕੇ ਜਾਣਗੇ ਹੁਣ ਤਾਂ। ਸਲਤਨਤ ਝੂਠ ਦੀ ਲੋਕੀ ਮਿਟਾ ਕੇ ਜਾਣਗੇ। ਬਹੁਤ ਅੱਛਾ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਧੰਨਵਾਦ। ਤੁਹਾਡੇ ਸੱਚਮੁੱਚ ਤੁਹਾਡੇ ਸ਼ੇਰਾਂ ਦੇ ਵਿੱਚੋਂ ਉਹ ਅਹਿਸਾਸ ਝਲਕਦੇ ਨੇ ਜੋ ਮਿੱਟੀ ਨਾਲ ਜੁੜੇ ਹੋਏ ਅਹਿਸਾਸ। ਸ਼ੁਕਰੀਆ, ਮਿਹਰਬਾਨੀ। ਹੁਣ ਆਪਾਂ ਸੁਣਦੇ ਹਾਂ ਮੈਡਮ ਅਨੂ ਬਾਲਾ ਹੋਰਾਂ ਨੂੰ। ਮੈਡਮ ਬਾਲਾ ਜੀ, ਤੁਹਾਡਾ ਅੱਜ ਦੇ ਇਸ ਵਿੱਚ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਭਾਜੀ, ਸ਼ੁਕਰੀਆ ਭਾਜੀ। ਆਂਦੀ ਆਵਾਜ਼ ਆਂਦੀ ਹੈ ਮੇਰੀ? ਠੀਕ ਆ ਰਹੀ ਹੈ। ਸ਼ੁਕਰੀਆ ਭਾਜੀ ਤੁਹਾਡਾ ਬੁਲਾਉਣ ਦਾ ਵੀ, ਸਾਨੂੰ ਮੌਕਾ ਦੇਣ ਦਾ, ਤੇ ਬਾਕੀ ਸਾਰੇ ਸ਼ਾਇਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਤੇ ਮੈਂ ਆਪਣੇ 2-3 ਗਜ਼ਲਾਂ ਦੇ ਥੋੜੇ ਸ਼ੇਰ 2-2 4-4 ਸੁਣਾਉਂਦੀ ਹਾਂ। ਰੇਤ ਹੋਏ ਪਾਣੀਆਂ ਦਾ ਹਾਲ ਪੜਨਾ ਆ ਗਿਆ, ਰੇਤ ਹੋਏ ਪਾਣੀਆਂ ਦਾ ਹਾਲ ਪੜਨਾ ਆ ਗਿਆ, ਤਪਦਿਆਂ ਲੋਕਾਂ ਨੂੰ ਧੁੱਪਾਂ ਨਾਲ ਲੜਨਾ ਆ ਗਿਆ। ਬਹੁਤ ਅੱਛਾ, ਬਹੁਤ ਅੱਛਾ। ਛਲਕ ਦੇ ਸਾਗਰ ਬੜੇ ਭੈ ਭੀਤ ਨੇ ਦੇਖ ਕੇ, ਛਲਕ ਦੇ ਸਾਗਰ ਬੜੇ ਭੈ ਭੀਤ ਨੇ ਇਹ ਦੇਖ ਕੇ, ਪਿਆਸ ਦਾ ਆਕਾਰ ਹੁਣ ਲੋਕਾਂ ਨੂੰ ਫੜਨਾ ਆ ਗਿਆ। ਵਾਹ ਵਾਹ, ਪਿਆਸ ਦਾ ਆਕਾਰ ਬਹੁਤ ਅੱਛਾ ਜੀ। ਪਿਆਸ ਦਾ ਆਕਾਰ ਹੁਣ ਲੋਕਾਂ ਨੂੰ ਫੜਨਾ ਆ ਗਿਆ। ਰੋਸ਼ਨੀ ਲਈ ਜੂਝਦੇ ਜੋ ਰਾਤ ਨੇ ਕੀਤੇ ਜ਼ਿਵਾ, ਰੋਸ਼ਨੀ ਲਈ ਜੂਝਦੇ ਜੋ ਰਾਤ ਨੇ ਕੀਤੇ ਜ਼ਿਵਾ, ਡੁੱਬ ਗਿਆਂ ਦੇ ਮਨ ਵਿੱਚ ਪੂਰਬ ਨੂੰ ਚੜ੍ਹਨਾ ਆ ਗਿਆ। ਵਹਿਣ ਜਦ ਰੋਕੇ ਤਾਂ ਪਾਣੀ ਭੁੱਲਿਆ ਸਭ ਜ਼ਾਬਤੇ, ਵਹਿਣ ਜਦ ਰੋਕੇ ਤਾਂ ਪਾਣੀ ਭੁੱਲਿਆ ਸਭ ਜ਼ਾਬਤੇ, ਕੰਢਿਆਂ ਨੂੰ ਤੋੜ ਕੇ ਨਦੀਆਂ ਨੂੰ ਚੜ੍ਹਨਾ ਆ ਗਿਆ। ਬਹੁਤ ਅੱਛਾ, ਬਹੁਤ ਵਧੀਆ ਸ਼ੇਰ ਆ। ਕੰਢਿਆਂ ਨੂੰ ਤੋੜ ਕੇ ਨਦੀਆਂ ਨੂੰ ਚੜ੍ਹਨਾ ਆ ਗਿਆ। ਵਾਰ ਨਹੀਂ ਪੰਜਾਬ ਕੋਰੇ ਸਿਰ ਤੋਂ ਮਿਰਚਾਂ ਕੋੜੀਆਂ, ਵਾਰ ਨਹੀਂ ਪੰਜਾਬ ਕੋਰੇ ਸਿਰ ਤੋਂ ਮਿਰਚਾਂ ਕੋੜੀਆਂ, ਤੇਰਿਆਂ ਪੁੱਤਾਂ ਨੂੰ ਤੇਰਾ ਹੱਥ ਫੜਨਾ ਆ ਗਿਆ। ਤੇਰਿਆਂ ਪੁੱਤਾਂ ਨੂੰ ਤੇਰਾ ਹੱਥ ਫੜਨਾ। ਵਾਰ ਨਹੀਂ ਪੰਜਾਬ ਕੋਰੇ ਸਿਰ ਤੋਂ ਮਿਰਚਾਂ ਕੋੜੀਆਂ, ਤੇਰਿਆਂ ਪੁੱਤਾਂ ਨੂੰ ਤੇਰਾ
ਹੱਥ ਫੜਨਾ ਆ ਗਿਆ। ਹੱਥ ਫੜਨਾ। ਅਗਲੇ 2-4 ਸ਼ੇਰ ਅਗਲੀ ਗਜ਼ਲ ਦੇ। ਜੀ ਜੀ ਮਚੇ ਭੰਬੜ ਤੇ ਬਸ 2-4 ਛਿੱਟੇ ਮਾਰ ਜਾਂਦੀ ਹੈ। ਮਚੇ ਭੰਬੜ ਤੇ ਬਸ 2-4 ਛਿੱਟੇ ਮਾਰ ਜਾਂਦੀ ਹੈ। ਘਟਾ ਧਰਤੀ ਚ ਉੱਠੀ ਪਿਆਸ ਨੂੰ ਵੰਗਾਰ ਜਾਂਦੀ ਹੈ। ਮਚੇ ਭੰਬੜ ਤੇ ਬਸ 2-4 ਛਿੱਟੇ ਮਾਰ ਜਾਂਦੀ ਹੈ। ਘਟਾ ਧਰਤੀ ਚ ਉੱਠੀ ਪਿਆਸ ਨੂੰ ਵੰਗਾਰ ਜਾਂਦੀ ਹੈ। ਸਮੇਟੇ ਪੈਰ ਵੀ ਤੇ ਖਿੱਚ ਕੇ ਵੀ ਦੇਖ ਲਈ ਚਾਦਰ। ਸਮੇਟੇ ਪੈਰ ਵੀ ਤੇ ਖਿੱਚ ਕੇ ਵੀ ਦੇਖ ਲਈ ਚਾਦਰ। ਮੇਰੀ ਹਰ ਆਰਜ਼ੂ ਔਕਾਤ ਕੋਲੋਂ ਹਾਰ ਜਾਂਦੀ ਹੈ। ਥੈਂਕ ਯੂ। ਸਮੇਟੇ ਪੈਰ ਵੀ ਤੇ ਖਿੱਚ ਕੇ ਵੀ ਦੇਖ ਲਈ ਚਾਦਰ। ਮੇਰੀ ਹਰ ਆਰਜ਼ੂ ਔਕਾਤ ਕੋਲੋਂ ਹਾਰ ਜਾਂਦੀ ਹੈ। ਬਨੇਰੇ ਚਾਨਣੇ ਹੁੰਦੇ ਜਦੋਂ ਇਹ ਰਹਿਮ ਦਿਲ ਹੁੰਦੀ। ਬਨੇਰੇ ਚਾਨਣੇ ਹੁੰਦੇ ਜਦੋਂ ਇਹ ਰਹਿਮ ਦਿਲ ਹੁੰਦੀ। ਹਨੇਰਾ ਫੈਲ ਜਾਂਦਾ ਜਦ ਹਵਾ ਹੰਕਾਰ ਜਾਂਦੀ ਹੈ। ਬਹੁਤ ਵਧੀਆ। ਬਨੇਰੇ ਚਾਨਣੇ ਹੁੰਦੇ ਜਦੋਂ ਇਹ ਰਹਿਮ ਦਿਲ ਹੁੰਦੀ। ਹਨੇਰਾ ਫੈਲ ਜਾਂਦਾ ਜਦ ਹਵਾ ਹੰਕਾਰ ਜਾਂਦੀ ਹੈ। ਕਿਸੇ ਮਿੱਟੀ ਨੂੰ ਤਪਦੀ ਦੇਖਿਆ ਤਾਂ ਚੜ ਗਏ ਦਰਿਆ। ਕਿਸੇ ਮਿੱਟੀ ਨੂੰ ਤਪਦੀ ਦੇਖਿਆ ਤਾਂ ਚੜ ਗਏ ਦਰਿਆ। ਮੁਕੱਦਸ ਪਿਆਸ ਵੀ ਪਾਣੀ ਦਾ ਹਿਰਦਾ ਠਾਰ ਜਾਂਦੀ ਹੈ। ਕਿਸੇ ਮਿੱਟੀ ਨੂੰ ਤਪਦੀ ਦੇਖਿਆ ਤਾਂ ਚੜ ਗਏ ਦਰਿਆ। ਮੁਕੱਦਸ ਪਿਆਸ ਵੀ ਪਾਣੀ ਦਾ ਹਿਰਦਾ ਠਾਰ ਜਾਂਦੀ ਹੈ। ਮਚੇ ਭੰਬੜ ਤੇ ਬਸ 2-4 ਛਿੱਟੇ ਮਾਰ ਜਾਂਦੀ ਹੈ। ਘਟਾ ਧਰਤੀ ਚ ਉੱਠੀ ਪਿਆਸ ਨੂੰ ਵੰਗਾਰ ਜਾਂਦੀ ਹੈ। ਹਾਂਜੀ, ਕੁਝ ਕੁ ਸ਼ੇਰ ਮੇਰੇ 2-4 ਹੋਰ ਜੀ। ਜੀ ਇਹ ਹੈ, ਬਣੀ ਸੀ ਆਸ ਸ਼ਾਇਦ ਬਾਗ ਵਿੱਚ ਸਰਗਮ ਜਗਾ ਦੇਵੇ। ਬਣੀ ਸੀ ਆਸ ਸ਼ਾਇਦ ਬਾਗ ਵਿੱਚ ਸਰਗਮ ਜਗਾ ਦੇਵੇ। ਹਵਾ ਲਈ ਹੁਕਮ ਹੈ ਰੁੱਖਾਂ ਤੋਂ ਪੱਤੇ ਹੀ ਉਡਾ ਦੇਵੇ। ਬਣੀ ਸੀ ਆਸ ਸ਼ਾਇਦ ਬਾਗ ਵਿੱਚ ਸਰਗਮ ਸਜਾ ਦੇਵੇ। ਹਵਾ ਲਈ ਹੁਕਮ ਹੈ ਰੁੱਖਾਂ ਤੋਂ ਪੱਤੇ ਹੀ ਉਡਾ ਦੇਵੇ। ਉਹ ਕਹਿੰਦੇ ਨੇ ਕਿ ਪੱਕੇ ਫਸਲ ਸੰਗੀਨਾਂ ਦੀ ਛਾਂ ਹੇਠਾਂ। ਉਹ ਕਹਿੰਦੇ ਨੇ ਕਿ ਪੱਕੇ ਫਸਲ ਸੰਗੀਨਾਂ ਦੀ ਛਾਂ ਹੇਠਾਂ। ਲਗਾਈਏ ਬੋਲੀਆਂ ਕੰਜਕ ਜਦੋਂ ਜੋਬਨ ਤੇ ਆ ਜਾਵੇ। ਕੰਜਕ ਦਾ ਜਵਾਬ ਨਹੀਂ, ਬਹੁਤ ਅੱਛਾ ਜੀ। ਲਗਾਈਏ ਬੋਲੀਆਂ ਕੰਜਕ ਜਦੋਂ ਜੋਬਨ ਤੇ ਆ ਜਾਵੇ। ਉਹ ਜ਼ਾਲਮ ਨੇ ਰਿਹਾ ਹੱਸਦਾ ਹੈ ਜਗ ਦੇ ਦੀਵਿਆਂ ਤੇ ਤੂੰ। ਉਹ ਜ਼ਾਲਮ ਨੇ ਰਿਹਾ ਹੱਸਦਾ ਹੈ ਜਗ ਦੇ ਦੀਵਿਆਂ ਤੇ ਤੂੰ। ਇਹੀ ਲੋ ਨਾ ਤੇਰੇ ਹੰਕਾਰ ਦੀਆਂ ਧੱਜੀਆਂ ਉਡਾ ਦੇਵੇ। ਜ਼ਾਲਮ ਨੇ ਰਿਹਾ ਹੱਸਦਾ ਹੈ ਜਗ ਦੇ ਦੀਵਿਆਂ ਤੇ ਤੂੰ। ਇਹੀ ਲੋ ਨਾ ਤੇਰੇ ਹੰਕਾਰ ਦੀਆਂ ਧੱਜੀਆਂ ਉਡਾ ਦੇਵੇ। ਜੇ ਬਾਜ਼ੀ ਪਲਟ ਗਈ ਤਾਂ ਦੇਖ ਲਈ ਏਦਾਂ ਵੀ ਹੋ ਸਕਦਾ। ਬਾਜ਼ੀ ਪਲਟ ਗਈ ਤਾਂ ਦੇਖ ਲਈ ਏਦਾਂ ਵੀ ਹੋ ਸਕਦਾ। ਜਮੂਰਾ ਡੁਗ ਡੁਗੀ ਖੋ ਕੇ ਮਦਾਰੀ ਨੂੰ ਨਚਾ ਦੇਵੇ। ਬਾਜ਼ੀ ਪਲਟ ਗਈ ਤਾਂ ਦੇਖ ਲਈ ਏਦਾਂ ਵੀ ਹੋ ਸਕਦਾ। ਜਮੂਰਾ ਡੁਗ ਡੁਗੀ ਖੋ ਕੇ ਮਦਾਰੀ ਨੂੰ ਨਚਾ ਦੇਵੇ। ਬਹੁਤ ਸ਼ੁਕਰੀਆ। ਦਿਲਾਂ ਨੂੰ ਸਾੜਦੀ ਅਗਨੀ ਯੁਗਾਂ ਤੀਕਰ ਨਹੀਂ ਠਰਦੀ। ਦਿਲਾਂ ਨੂੰ ਸਾੜਦੀ ਅਗਨੀ ਯੁਗਾਂ ਤੀਕਰ ਨਹੀਂ ਠਰਦੀ। ਕਹੋ ਉਸ ਨੂੰ ਮਚੇ ਭੰਬੜ ਨੂੰ ਨਾ ਇੰਨੀ ਹਵਾ ਦੇਵੇ। ਦਿਲਾਂ ਨੂੰ ਸਾੜਦੀ ਅਗਨੀ ਯੁਗਾਂ ਤੀਕਰ ਨਹੀਂ ਠਰਦੀ। ਕਹੋ ਉਸ ਨੂੰ ਮਚੇ ਭੰਬੜ ਨੂੰ ਨਾ ਇੰਨੀ ਹਵਾ ਦੇਵੇ। ਪਿਆਸੇ ਖੇਤ ਸਿੰਜਣ ਦਾ ਕੋਈ ਹੀਲਾ ਨਹੀਂ ਕਰਦਾ। ਪਿਆਸੇ ਖੇਤ ਸਿੰਜਣ ਦਾ ਕੋਈ ਹੀਲਾ ਨਹੀਂ ਕਰਦਾ। ਉਹ ਆ ਕੇ ਰੇਡੀਓ ਤੇ ਗੀਤ ਪਾਣੀ ਦਾ ਸੁਣਾ ਦੇਵੇ। ਉਹ ਆ ਕੇ ਰੇਡੀਓ ਤੇ ਗੀਤ ਪਾਣੀ ਦਾ ਸੁਣਾ ਦੇਵੇ। ਬੜੇ ਪੱਕੇ ਨੇ ਚਾਨਣ ਦੇ ਇਰਾਦੇ ਹੁਣ ਨਹੀਂ ਹੋਣਾ। ਬੜੇ ਪੱਕੇ ਨੇ ਚਾਨਣ ਦੇ ਇਰਾਦੇ ਹੁਣ ਨਹੀਂ ਹੋਣਾ। ਉਹ ਮਾਰੇ ਫੂਕ ਤੇ ਜਗ ਦੇ ਚਿਰਾਗਾਂ ਨੂੰ ਡਰਾ ਦੇਵੇ। ਬੜੇ ਪੱਕੇ ਨੇ ਚਾਨਣ ਦੇ ਇਰਾਦੇ ਹੁਣ ਨਹੀਂ ਹੋਣਾ। ਉਹ ਮਾਰੇ ਫੂਕ ਦੇ ਜਗ ਦੇ ਚਿਰਾਗਾਂ ਨੂੰ ਡਰਾ ਦੇਵੇ। ਸਾਡੇ ਉਜਲੇ ਚਿਹਰੇ ਨੂੰ ਮੈਲਾ ਕਹਿਣ ਤੋਂ ਪਹਿਲਾਂ। ਸਾਡੇ ਉਜਲੇ ਚਿਹਰੇ ਨੂੰ ਮੈਲਾ ਕਹਿਣ ਤੋਂ ਪਹਿਲਾਂ। ਉਹ ਆਪਣੇ ਸ਼ੀਸ਼ਿਆਂ ਉੱਤੇ ਚੜੀ ਮਿੱਟੀ ਹਟਾ ਦੇਵੇ।
ਬਹੁਤ ਅੱਛਾ। ਸਾਡੇ ਉਜਲੇ ਚਿਹਰੇ ਨੂੰ ਮੈਲਾ ਕਹਿਣ ਤੋਂ ਪਹਿਲਾਂ ਉਹ ਆਪਣੇ ਸ਼ੀਸ਼ਿਆਂ ਉੱਤੇ ਚੜੀ ਮਿੱਟੀ ਹਟਾ ਦੇਵੇ। ਮੇਰੇ ਯੁੱਗ ਦੇ ਕਨਈਏ ਨੂੰ ਕਿਤੋਂ ਪਾਣੀ ਨਹੀਂ ਮਿਲਦਾ। ਮੇਰੇ ਯੁੱਗ ਦੇ ਕਨਈਏ ਨੂੰ ਕਿਤੋਂ ਪਾਣੀ ਨਹੀਂ ਮਿਲਦਾ। ਉਹ ਕਿੱਦਾਂ ਲੜ ਰਹੀ ਧਰਤੀ ਦੀਆਂ ਤੇਹਾਂ ਮਿਟਾ ਦੇਵੇ। ਮੇਰੇ ਯੁੱਗ ਦੇ ਕਨਈਏ ਨੂੰ ਕਿਤੋਂ ਪਾਣੀ ਨਹੀਂ ਮਿਲਦਾ। ਉਹ ਕਿੱਦਾਂ ਲੜ ਰਹੀ ਧਰਤੀ ਦੀਆਂ ਤੇਹਾਂ ਮਿਟਾ ਦੇਵੇ। ਬਣੀ ਸੀ ਆਸ ਸ਼ਾਇਦ ਬਾਗ ਵਿੱਚ ਸਰਗਮ ਜਗਾ ਦੇਵੇ। ਹਵਾ ਲਈ ਹੁਕਮ ਹੈ ਰੁੱਖਾਂ ਤੋਂ ਪੱਤੇ ਹੀ ਉਡਾ ਦੇਵੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਸੀਂ ਇਤਿਹਾਸ ਤੇ ਸੱਭਿਆਚਾਰ ਦੇ ਵਿੱਚੋਂ ਬਹੁਤ ਸਾਰੇ ਮੈਟਾਫਰ ਨੂੰ ਰੀਇੰਟਰਪ੍ਰੇਟ ਕਰਦੇ ਹੋ। ਇਹ ਤੁਹਾਡੀ ਬਹੁਤ ਖੂਬਸੂਰਤੀ ਹੈ ਤੇ ਤੁਹਾਡੇ ਤੋਂ ਸਾਨੂੰ ਹੋਰ ਬਹੁਤ ਅੱਛੀ, ਇਸ ਤੋਂ ਵੀ ਅੱਛੀਆਂ ਕਵਿਤਾਵਾਂ ਦੀ ਆਸ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ, ਇਸ ਤੋਂ ਬਾਅਦ ਸਾਡੇ ਨਾਲ ਨੇ ਸਾਡੇ ਹੋਰ ਬਹੁਤ ਸਮਰੱਥ ਸ਼ਾਇਰ ਜੈਪਾਲ ਜੀ। ਜੈਪਾਲ ਜੀ, ਤੁਹਾਡਾ ਮੀਡੀਆ ਪਰਿਵਾਰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਪਣਾ ਕਲਾਮ ਪੇਸ਼ ਕਰੋ ਜੀ। ਹਾਂਜੀ ਜੈਪਾਲ ਸਰ। ਜੈਪਾਲ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਹਾਂਜੀ, ਬੋਲੋ ਜੀ ਪਲੀਜ਼। ਜੈਪਾਲ ਸਰ, ਕੋਈ ਨੈਟਵਰਕ ਦੀ ਪ੍ਰੋਬਲਮ ਲੱਗ ਰਹੀ ਹੈ? ਮੈਨੂੰ ਲੱਗਦਾ ਕੋਈ ਨੈਟ ਪ੍ਰੋਬਲਮ ਹੈ। ਜੈਪਾਲ ਹੋਰਾਂ ਦੀ ਆਵਾਜ਼ ਤੱਕ ਨਹੀਂ ਪਹੁੰਚ ਰਹੀ ਜੀ। ਆਵਾਜ਼ ਘੱਟ ਆ ਰਹੀ ਹੈ ਸਰ। ਤੁਸੀਂ 2 ਮਿੰਟ ਵੇਟ ਕਰੋ। ਹੋ ਸਕਦਾ ਨੈਟ ਤੁਹਾਡਾ ਠੀਕ ਹੋ ਜੇ। ਇਹਨੇ ਆਪਾਂ ਮਹਾਦੇਵ ਨੂੰ ਸੁਣਦੇ ਹਾਂ। ਉਸ ਤੋਂ ਬਾਅਦ ਸਰ ਤੁਹਾਨੂੰ ਮੈਂ ਦੁਬਾਰਾ ਬੁਲਾਊਂਗਾ। ਮੇਬੀ ਕਈ ਵਾਰੀ ਕੁਝ ਸਮੇਂ ਤੋਂ ਬਾਅਦ ਨੈਟ ਠੀਕ ਹੋ ਜਾਂਦਾ। ਅਜੇ ਫਿਲਹਾਲ ਤੁਹਾਡੀ ਆਵਾਜ਼ ਉਵੇਂ ਨਹੀਂ ਆ ਰਹੀ ਹੈਗੀ। ਹਾਂਜੀ, ਪੰਜਾਬੀ ਸਾਹਿਤ ਦਾ, ਲਿਪੀ ਦਾ ਮਹਾਦੇਵ ਤੇ ਸਾਡਾ ਮਹਾਦੇਵ। ਮਹਾਦੇਵ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਆਪਣਾ ਮਾਈਕ ਔਨ ਕਰ ਲਓ ਮਹਾਦੇਵ ਜੀ। ਤੁਹਾਡਾ ਨਾ ਮਾਈਕ ਬੰਦ ਕੀਤਾ ਹੈ ਮਹਾਦੇਵ ਜੀ। ਹਾਂਜੀ, ਹੁਣ ਬੋਲੋ। ਦੇਖੋ, ਹਾਂ ਬੋਲੋ। ਹੁਣ ਦੇਖੋ। ਹਾਂ, ਆ ਰਹੀ ਹੈ ਆਵਾਜ਼ ਜੀ। 2 ਕਵਿਤਾਵਾਂ ਸਰ ਜੀ। ਪਹਿਲੀ ਕਵਿਤਾ ਹੈ ਝੰਡਾ ਲਹਿਰਾ ਰਿਹਾ ਮਜ਼ਦੂਰ। ਆਵਾਜ਼ ਸਮਝ ਆ ਰਹੀ ਹੈ ਸਰ? ਬਿਲਕੁਲ ਬਿਲਕੁਲ, ਥੋੜਾ ਜਿਹਾ ਬਸ। ਠੀਕ ਠੀਕ ਜੀ ਜੀ। ਕਿਉਂਕਿ ਮੇਰੇ ਕੰਨਾਂ 'ਚ ਮੈਕ ਜਿਹਾ ਲੱਗਿਆ ਹੋਇਆ, ਮੈਨੂੰ ਸਮਝ ਨਹੀਂ ਆ ਰਹੀ ਵੀ ਤੁਹਾਨੂੰ ਸਮਝ ਆ ਰਹੀ ਹੈ ਜਾਂ ਨਹੀਂ। ਨਹੀਂ, ਬਿਲਕੁਲ ਆ ਰਹੀ ਹੈ। ਆਵਾਜ਼ ਆ ਰਹੀ ਹੈ ਸਰ? ਜੀ ਆ ਰਹੀ ਹੈ ਬਿਲਕੁਲ। ਹਾਂਜੀ, ਝੰਡਾ ਲਹਿਰਾ ਰਿਹਾ ਮਜ਼ਦੂਰ। ਇਹ ਮੇਰੀ ਕਿਤਾਬ ਹੈ ਨਾ ਅੱਗ ਹੈ ਨਾ ਲੋਹਾ। 2012 ਚ ਛਪੀ ਸੀ ਜੀ। ਉਹਦੇ ਚ ਇੱਕ ਕਵਿਤਾ ਹੈ ਝੰਡਾ ਲਹਿਰਾ ਰਿਹਾ ਮਜ਼ਦੂਰ। ਮੈਂ ਇੱਕ ਸੁੰਦਰ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ। ਇੱਕ ਸੁੰਦਰ ਤੇ ਲੰਬੀ ਜਿਹੀ ਕੁੜੀ ਵਰਗੀ। ਮੈਂ ਆਪਣੇ ਨਾਲ ਹੀ ਰੇਪ ਕਰ ਰਿਹਾ ਹਾਂ। ਕੰਨਾਂ 'ਚ ਪੈ ਰਹੀਆਂ ਆਵਾਜ਼ਾਂ ਵਿੱਚ ਘੁਲਿਆ ਹੋਇਆ ਹੈ ਇਹ ਕਥਨ। ਸ਼ੋਹਰਤ ਲਈ ਨੰਗਾ ਹੋਇਆ ਸਰੀਰ, ਸਾਹਮਣੇ ਬੈਠੇ ਲੋਕਾਂ ਦੀ ਆਤਮਾ। ਮੈਂ ਇੱਕ ਸੁੰਦਰ ਕਵਿਤਾ ਲਿਖਣ ਦੇ ਯਤਨ 'ਚ ਹਾਂ। ਮੈਂ ਇੱਕ ਸੁੰਦਰ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ। ਸੂਰਮੇ ਵਰਗੀ ਫੌਲਾਦੀ ਤੇ ਤਾਕਤਵਰ। ਮੈਂ ਇਹ ਕੀ ਕਰ ਰਿਹਾ ਹਾਂ? ਕੰਨਾਂ 'ਚ ਪੈ ਰਹੀਆਂ ਆਵਾਜ਼ਾਂ ਵਿੱਚ ਘੁਲਿਆ ਹੋਇਆ ਹੈ ਇਹ ਕਥਨ। ਸਾਈਕਲਾਂ ਦੀਆਂ ਚੈਨਾਂ ਦੀ ਕੜਕੜ,
ਸਾਈਕਲਾਂ ਦੀਆਂ ਚੈਨਾਂ ਦੀ ਕੜਕੜ, ਪਿੰਡ ਵੱਲ ਆਉਂਦੀ ਟੁੱਟੀ ਸੜਕ, ਸ਼ਹਿਰ ਤੋਂ ਵਾਪਸ ਆ ਰਹੇ ਕਾਮੇ ਮੇਰੀ ਕਵਿਤਾ 'ਚ ਸ਼ਾਮਲ ਹੋ ਗਏ ਹਨ। ਬਹੁਤ ਵਧੀਆ। ਉਹਨਾਂ ਦੇ ਪਾਟੇ ਝੁੱਗਿਆਂ ਉੱਤੇ ਕਿੰਨੀ ਧੂੜ ਜੰਮੀ ਹੋਈ ਹੈ ਤੇ ਉੱਲੀ ਵਰਗੇ ਚਿੱਟੇ ਧੱਬੇ। ਉਹ ਹੁਣ ਨਹਿਰ ਵਾਲੇ ਪੁਲ ਉੱਤੇ ਖੜਨਗੇ। ਸਾਈਕਲ ਦੀ ਟੱਲੀ ਲਾਹ ਆਪਣੀ ਹੀ ਘੜੀ ਤਕਨੀਕ ਨਾਲ ਕੋਈ ਇੱਕ ਅੱਧਾ ਪੀਵੇਗਾ ਮੋਟੇ ਮੋਟੇ 2 ਪੈਗ। ਉਹ ਸਵੇਰੇ ਫਿਰ ਜਲਦੀ ਉੱਠਣਗੇ। ਉਹ ਸਵੇਰੇ ਫਿਰ ਜਲਦੀ ਉੱਠਣਗੇ। ਰੁੱਖੀ ਮਿੱਸੀ ਪੌਣੇ ਬੰਨ੍ਹ ਚੱਲ ਪੈਣਗੇ ਸ਼ਹਿਰ ਵੱਲ। ਵਾਹ। ਸ਼ਹਿਰ ਵੜਦਿਆਂ ਹੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਵੱਡੇ ਪੁਲ ਤੋਂ ਪਾਰ ਲੇਬਰ ਚੌਂਕ ਉਡੀਕਣਗੇ ਕੰਮ। ਇਸ ਤਕਨੀਕੀ ਮਸ਼ੀਨੀ ਗਲੋਬਲੀ ਕਾਰਪੋਰੇਟ ਯੁੱਗ 'ਚ ਉਹਨਾਂ ਦੇ ਹਾਲਾਤ ਇੰਨੇ ਕੁ ਬਦਤਰ ਹਨ ਕਿ ਕੰਮ ਉਡੀਕਦੇ ਹੀ ਲੰਘਾ ਦਿੰਦੇ ਹਨ ਸਾਰਾ ਦਿਨ। ਮੈਂ ਇੱਕ ਸੁੰਦਰ ਕਵਿਤਾ ਲਿਖਣ ਦੇ ਯਤਨ 'ਚ ਹਾਂ। ਮੈਂ ਇੱਕ ਸੁੰਦਰ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ। ਝੰਡਾ ਲਹਿਰਾ ਰਹੇ ਮਜ਼ਦੂਰ ਵਰਗੀ, ਕੰਨਾਂ 'ਚ ਪੈ ਰਹੀਆਂ ਆਵਾਜ਼ਾਂ ਵਿੱਚ ਘੁਲਿਆ ਹੋਇਆ ਹੈ ਇਹ ਕਥਨ। ਲਾਲ ਕਿਲੇ ਦਾ ਮੈਦਾਨ, ਡਰਮ ਦੀ ਕਲਾਸਿਕ ਬੀਟ, ਤਿੰਨੋਂ ਸੈਨਾਵਾਂ ਦੀ ਪਰੇਡ, ਸਾਹਮਣੇ ਬੈਠੇ ਆਮ ਲੋਕਾਂ ਨੂੰ ਸਲਾਮ। ਬਹੁਤ ਵਧੀਆ। ਅਗਲੀ ਕਵਿਤਾ ਜੀ। ਸਿਆਲ ਦੀ ਕੋਈ ਦੁਪਹਿਰ ਨਹੀਂ ਹੁੰਦੀ। ਕਿਆ ਬਾਤ। ਸਿਆਲ ਦੀ ਕੋਈ ਦੁਪਹਿਰ ਨਹੀਂ ਹੁੰਦੀ। ਸਿਆਲ ਦੀ ਕੋਈ ਦੁਪਹਿਰ ਨਹੀਂ ਹੁੰਦੀ। ਕਿਸਾਨ ਅਗਲੇ ਕਿਆਰੇ 'ਚ ਪਾਣੀ ਵੱਢ ਨੱਕੇ ਉੱਤੇ ਬੈਠ ਗਿਆ ਹੈ। ਨੱਕੇ ਉੱਤੇ ਬੈਠਾ ਉਹ ਭਰੇ ਖਾਲ ਵਾਂਗ ਬਹਿ ਰਿਹਾ ਹੈ। ਉਸਦੇ ਪੈਰਾਂ ਨੂੰ ਛੂੰਹਦਾ ਪਾਣੀ ਕਣਕ ਦੇ ਗਲ ਲੱਗਦਾ ਤੇ ਸਿਰੇ ਵੱਲ ਜਾਣ ਲਈ ਗਦਗਦ ਹੋ ਤੁਰਦਾ ਹੈ। ਖਲਾਅ 'ਚ ਅਨੰਤ ਕੁਝ ਘੁੰਮ ਰਿਹਾ ਹੈ। ਫਸਲ ਲਹਿਰਾ ਰਹੀ ਹੈ। ਖਲਾਅ 'ਚ ਅਨੰਤ ਕੁਝ ਘੁੰਮ ਰਿਹਾ ਹੈ। ਫਸਲ ਲਹਿਰਾ ਰਹੀ ਹੈ। ਹਰੀ ਭਰੀ ਫਸਲ ਨੂੰ ਲਹਿਰਾਉਂਦੀ ਦੇਖ ਮੋਰ ਪੈਲ ਪਾਉਂਦਾ ਹੈ। ਕਿਸਾਨ ਉੱਠ ਖਲੋਂਦਾ ਹੈ ਇਹ ਦੇਖਣ ਲਈ ਕਿ ਕਿਆਰਾ ਭਰਿਆ ਜਾਂ ਨਹੀਂ। ਕਿਸਾਨ ਮੋਢੇ ਕਹੀ ਧਰ ਕਣਕ ਨੂੰ ਮਿੱਧਣ ਤੋਂ ਬਚਾਉਂਦਾ ਸਹਿਜ ਪਾ ਹੋ ਤੁਰਦਾ ਹੈ। ਜਨਵਰੀ ਦਾ ਆਖਰੀ ਸੋਮਵਾਰ ਪਹਾੜ ਵੱਲੋਂ ਆਉਂਦੀ ਠੰਡੀ ਹਵਾ ਕਾਂਬਾ ਛੇੜਦੀ ਸੁਸਤ ਕਰਦੀ ਹੈ। ਕਿਆਰਾ ਭਰਨ ਵਾਲਾ ਹੈ। ਕਿਸਾਨ ਕੋਲ ਅਜੇ ਵੀ ਕੋਈ ਚਿੰਤਨ ਹੈ। ਉਸ ਦੀਆਂ ਨੰਗੀਆਂ ਲੱਤਾਂ ਕਾਂਬਾ ਛੇੜਦੀ ਲਹਿਰ ਨੂੰ ਪਛਾੜ ਰਹੀਆਂ ਹਨ। ਸੂਰਜ ਅਜੇ ਵੀ ਬੱਦਲਾਂ ਨਾਲ ਜੱਦੋ-ਜਹਿਦ 'ਚ ਹੈ। ਮੋਢੇ ਕਹੀ ਸਿਰ ਕੱਸ ਕੇ ਬੰਨਿਆ ਮੜਾਸਾ, ਮੋਢੇ ਕਹੀ ਸਿਰ ਕੱਸ ਕੇ ਬੰਨਿਆ ਮੜਾਸਾ ਇਸ ਠੰਡੇ ਚੱਖ ਮਹੀਨੇ 'ਚ ਖੇਤ ਦਾ ਕਮਾਲ ਦਾ ਦ੍ਰਿਸ਼ ਹੈ। ਬਹੁਤ ਅੱਛਾ। ਸ਼ੁਕਰੀਆ ਸਰ। ਬਹੁਤ ਵਧੀਆ। ਬਹੁਤ ਗੰਭੀਰ ਗੱਲਬਾਤ, ਉਦਾਸ ਕਰਨ ਵਾਲੇ ਬਹੁਤ ਖੂਬਸੂਰਤ ਜਿਹੜੇ ਬਿੰਬ ਨੇ ਸਾਡੇ ਮਜ਼ਦੂਰ ਦੀ ਜ਼ਿੰਦਗੀ ਦੇ ਤੇ ਸਾਡੇ ਕਿਸਾਨ ਦੀ ਜ਼ਿੰਦਗੀ ਦੇ। ਮਤਲਬ ਸਮਾਂ ਜਿਵੇਂ ਰੁਕ ਜਾਂਦਾ ਹੁੰਦਾ ਕਿ ਤੁਸੀਂ ਇਸ ਤਰ੍ਹਾਂ ਕਵਿਤਾ ਨੂੰ ਮਹਿਸੂਸ ਕਰਦੇ ਹੋ
ਤੇ ਹੌਲੀ ਹੌਲੀ ਜਿਵੇਂ ਪਾਣੀ ਅੰਦਰ ਧਰਤੀ ਦੇ ਜਾਂਦਾ, ਉਸ ਤਰ੍ਹਾਂ ਕਵਿਤਾ ਨੂੰ ਵੀ ਇਸ ਨੂੰ ਸਮਝਣਾ ਪੈਂਦਾ ਤੇ ਬਿੰਬਾਂ ਨੂੰ ਡੀਕੋਡ ਕਰਨਾ ਪੈਂਦਾ। ਬਹੁਤ ਖੂਬਸੂਰਤ ਮਹਾਦੇਵ ਜੀ। ਇਸ ਤੋਂ ਬਾਅਦ ਆਪਾਂ ਮੈਡਮ ਮਨਿੰਦਰ ਮਨ ਤੋਂ ਪਹਿਲਾਂ ਸਾਡੇ ਨਾਲ ਜੈਪਾਲ ਜੀ ਨੇ, ਜੇ ਉਹਨਾਂ ਦੀ ਆਵਾਜ਼ ਆਪਣੇ ਨਾਲ ਕਨੈਕਟ ਹੋਈ ਹੋਵੇ ਤਾਂ ਆਪਾਂ ਉਹਨੂੰ ਸੁਣਦੇ ਹਾਂ। ਜੈਪਾਲ ਜੀ ਆਵਾਜ਼ ਸਰ ਬੋਲਿਓ। ਹਾਂਜੀ ਸਤਿ ਸ਼੍ਰੀ ਅਕਾਲ, ਆ ਰਹੀ ਹੈ ਜੀ ਆਵਾਜ਼? हाँ हाँ आ रही है, आवाज आ रही है जी मेरी? आ रही है जी, आ रही है। हाँ जी, स्वागत है सर ਤੁਹਾਡਾ, ਕਰੋ ਪੇਸ਼। हाँ जी जयपाल जी। ਮੈਨੂੰ ਲੱਗਦਾ ਕਿ ਹੁਣ ਆਪਣੀ ਆਵਾਜ਼ ਨਹੀਂ ਉਹਨਾਂ ਤੱਕ ਜਾ ਰਹੀ, ਸ਼ਾਇਦ ਉਹਨਾਂ ਦੀ ਆਡੀਓ 'ਚ ਅਜੇ ਵੀ ਕੋਈ ਪ੍ਰੋਬਲਮ ਹੈ। ਸਰ ਅਜੇ ਥੋੜਾ ਜਿਹਾ ਹੋਰ ਵੇਟ ਕਰੋ, ਅਜੇ ਵੀ ਤੁਹਾਡੀ ਆਵਾਜ਼ ਪੂਰੀ ਕਲੀਅਰ ਨਹੀਂ ਆਉਂਦੀ ਹੈਗੀ ਜੀ। ਇੱਕ ਵਾਰੀ ਤੁਸੀਂ ਇੱਥੋਂ ਨਾ ਬਾਹਰ ਨਿਕਲ ਕੇ ਦੁਬਾਰਾ ਲੀਵ ਹੋ ਕੇ ਨਾ ਫਿਰ ਕਰੋ, ਤੁਹਾਡੀ ਆਵਾਜ਼ ਦੀ ਪ੍ਰੋਬਲਮ ਹੈ ਜੀ। ਆਪਾਂ ਸੁਣਦੇ ਹਾਂ ਮਨਿੰਦਰ ਮਨ ਹੋਰਾਂ ਨੂੰ। ਮੈਡਮ ਮਨਿੰਦਰ ਮਨ ਹੋਰੀ ਬਹੁਤ ਸੋਹਣੀ ਕਵਿਤਾ ਲਿਖਦੇ ਨੇ, ਫੇਸਬੁੱਕ ਤੇ ਇਹਨਾਂ ਦੀ ਕਵਿਤਾ ਬਹੁਤ ਪੜ੍ਹੀ ਜਾਂਦੀ ਹੈ। ਉਸ ਕਵਿਤਾ ਦੇ ਆਪਣੇ ਪਾਠਕ ਨੇ, ਅਸੀਂ ਸਵਾਗਤ ਕਰਦੇ ਹਾਂ ਮੈਡਮ ਮਨਿੰਦਰ ਮਨ ਜੀ ਦਾ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। शुक्रिया जी। बहुत छोटियां 2-3 नज़मां साझियां करांगी जी। पहली है जी संघर्ष। हालात दे सफियां ते, हालात दे सफियां ते संघर्ष दी स्याही नाल, हालात दे सफियां ते संघर्ष दी स्याही नाल वाहियां जा रही ने गूढ़ियां लकीरां। वाहियां जा रही गूढ़ियां लकीरां, उगड़ रही है हाकमा दी असल तस्वीर। बहुत अच्छा। उगड़ रही है हाकमा दी असल तस्वीर, तस्वीर पीछे लुके चेहरे, तस्वीर पीछे लुके चेहरे, चेहरियां पीछे लुकिया सच, चेहरियां पीछे लुकिया सच। हालात दे सफियां ते संघर्ष दी स्याही नाल लिखिया जा रहा है इतिहास। हालात दे सफियां ते संघर्ष दी स्याही लिखिया जा रहा है इतिहास जी। दूजी नज़म है जी पहचान। लखां चेहरे, लखां चेहरे बने एक रूप, लखां आवाज़ां, लखां आवाज़ां बनिया एक सुनेहा। बहुत अच्छा। लखां दिमाग, लखां दिमाग बने एक सोच, लखां बंद मुठियां, लखां बंद मुठियां बनिया एक इरादा। हाँ हाँ, इसे नवी पहचान नाल, इसे नवी पहचान नाल फिक्का किता जाना है हरेक सियासी रंग, ठुकराए जाने तानाशाही फरमान, जिते जाने हैं औखे लमेरे कोल, जिते जाने हैं औखे लमेरे कोल। वाह। एक और जज्बा। सुच्चे जज्बियां मोरे, सुच्चे जज्बियां मोरे हरेक झूठ छोटा रह गया। वाह जी वाह। सुच्चे जज्बियां मोरे हरेक झूठ छोटा रह गया, सियासी दापेच कोजियां चालां, सियासी दापेच कोजियां चालां धर्मां दियां वंडियां, सरहदां दे फासले बोलियां दा फर्क, सरहदां दे फासले बोलियां दा फर्क, सारा कुछ बेअसर, सारा कुछ बेअसर। एके दी लो, एके दी अजेही लो जगमगाई, एके दी अजेही लो जगमगाई, हरेक फरेब होया जग जाहर। जोश दा दरिया वगया, जोश दा दरिया वगया, सबने जिंदा होण दा हुंगारा भरिया, सबने जिंदा होण दा हुंगारा भरिया, यकीन दवाया,
ਯਕੀਨ ਦਿਵਾਇਆ ਕਿ ਸਾਡਾ ਇਤਿਹਾਸ ਸਿਰਫ ਕਿਤਾਬਾਂ ਦੇ ਪੰਨਿਆਂ 'ਚ ਨਹੀਂ, ਕਿ ਸਾਡਾ ਇਤਿਹਾਸ ਸਿਰਫ ਕਿਤਾਬਾਂ ਦੇ ਪੰਨਿਆਂ 'ਚ ਨਹੀਂ, ਸਾਡੀ ਰਗਾਂ 'ਚ ਲਹੂ ਬਨ ਦੌੜਦਾ ਹੈ, ਸਾਡੀ ਰਗਾਂ 'ਚ ਲਹੂ ਬਨ ਦੌੜਦਾ ਹੈ। ਵਾਹ, ਬਹੁਤ ਅੱਛਾ, ਬਹੁਤ ਵਧੀਆ ਜੀ। ਬਹੁਤ ਸੁੰਦਰ ਛੋਟੀਆਂ ਕਵਿਤਾਵਾਂ ਦੇ ਵਿੱਚ ਮਨਿੰਦਰ ਮਨ ਹੋਰਾਂ ਦੇ ਜਿਹੜੇ ਜਜ਼ਬੇ ਸਾਡੇ ਨਾਲ ਇਹਨਾਂ ਨੇ ਆਪਣੇ ਸਾਂਝੇ ਕੀਤੇ ਨੇ। ਕਿਸਾਨੀ ਦੀ ਆਵਾਜ਼ ਬੁਲੰਦ ਕੀਤੀ ਹੈ। ਸੱਚਮੁੱਚ ਇਸ ਸੰਘਰਸ਼ ਨੇ ਸਾਨੂੰ ਜਿਉਂਦਾ ਕੀਤਾ ਹੈ। ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਹੁਣ ਕਿ ਅਸੀਂ ਇਤਿਹਾਸ ਨੂੰ ਸਿਰਫ ਪੜ੍ਹਦੇ ਹਾਂ, ਅਸੀਂ ਇਤਿਹਾਸ ਨੂੰ ਸਿਰਜ ਰਹੇ ਹਾਂ। ਇਸ ਵੇਲੇ ਸਾਡੇ ਹਿੱਸੇ ਆਈ ਹੈ ਗੱਲ ਸਾਡੇ ਅੱਜ ਦੇ ਦੌਰ ਦੇ ਵਿੱਚ। ਇਸ ਤੋਂ ਬਾਅਦ ਅਸੀਂ ਪਾਲੀ ਖਾਦਮ ਹੋਰੀ ਸਾਡੇ ਨਾਲ ਨੇ। ਪੰਜਾਬੀ ਦੀ ਨਵੀਂ ਕਵਿਤਾ ਦੇ ਵਿੱਚ, ਨਵੀਂ ਗਜ਼ਲ ਦੇ ਵਿੱਚ ਬਹੁਤ ਗੂੜਾ ਹਸਤਾਖਰ ਬਣ ਜਾ ਰਹੇ ਨੇ। ਪਾਲੀ ਬਹੁਤ ਸੋਹਣੇ ਸ਼ੇਅਰ ਲਿਖਦੇ ਨੇ। ਪਰ ਇਸ ਤੋਂ ਪਹਿਲਾਂ ਮੈਂ ਫਿਰ ਇੱਕ ਵਾਰੀ ਜੈਪਾਲ ਜੀ ਹੋਰਾਂ ਨਾਲ ਗੱਲ ਕਰਕੇ ਦੇਖ ਲਾਂ, ਜੇ ਉਹਨਾਂ ਦੀ ਆਵਾਜ਼ ਆਉਂਦੀ ਹੋਈ ਤਾਂ ਅਸੀਂ ਉਹਨਾਂ ਨੂੰ ਸੁਣਾਂਗੇ। ਜੈਪਾਲ ਜੀ ਪਲੀਜ਼ ਇੱਕ ਵਾਰੀ ਬੋਲ ਕੇ ਦੇਖੋ, ਜੇ ਤੁਹਾਡੀ ਆਵਾਜ਼ ਆ ਰਹੀ ਹੈ। ਤੁਹਾਨੂੰ ਅਸੀਂ ਹਰ ਬੰਦੇ ਤੋਂ ਬਾਅਦ ਫਿਰ ਟਰਾਈ ਕਰਾਂਗੇ ਇੱਕ ਵਾਰੀ। ਨਹੀਂ ਅਜੇ ਜੀ ਮੇਰੇ ਖਿਆਲ 'ਚ ਉਹਨਾਂ ਦੇ ਕੋਈ ਕਨੈਕਟੀਵਿਟੀ ਦੀ ਉੱਥੇ ਪ੍ਰੋਬਲਮ ਆ। ਕਨੈਕਟੀਵਿਟੀ ਦੀ ਪ੍ਰੋਬਲਮ। ਹਾਂਜੀ ਪਾਲੀ ਖਾਦਮ ਸਰ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਸਰ ਜੀ। 2 ਗਜ਼ਲਾਂ ਦੇ ਕੁਝ ਸ਼ੇਰ। ਆਵਾਜ਼ ਆ ਰਹੀ ਹੈ ਜੀ? ਆ ਰਹੀ ਪਾਲੀ। ਠੀਕ ਹੈ, ਸ਼ੁਕਰੀਆ ਜੀ। ਔਰ ਮਤਲਬ ਦੇਖ ਰਿਹਾ ਕਿ ਸਾਡੇ ਹਾਕਮਾਂ ਦੀ ਤੰਗਦਿਲੀ ਤੇ ਬੇਰੁਖੀ ਵੇਖੋ, ਸਾਡੇ ਹਾਕਮਾਂ ਦੀ ਤੰਗਦਿਲੀ ਤੇ ਬੇਰੁਖੀ ਵੇਖੋ, ਸਾਡੇ ਹਾਕਮਾਂ ਦੀ ਤੰਗਦਿਲੀ ਤੇ ਬੇਰੁਖੀ ਵੇਖੋ, ਅਸੀਂ ਆਪਣੇ ਵਤਨ ਅੰਦਰ ਹੋਏ ਹਾਂ ਅਜਨਬੀ ਵੇਖੋ। ਵਾਹ ਵਾਹ ਵਾਹ, ਕੀ ਬਾਤ ਹੈ। ਔਰ ਸ਼ੇਰ ਦੇਖਣਾ ਕਿ ਸਾਡੇ ਦੌਰ ਵਿੱਚ ਵੀ ਇੱਕ ਔਰੰਗਾ ਹੋ ਗਿਆ ਪੈਦਾ, ਸਾਡੇ ਦੌਰ ਵਿੱਚ ਵੀ ਸਾਡੇ ਦੌਰ ਵਿੱਚ ਵੀ ਇੱਕ ਔਰੰਗਾ ਹੋ ਗਿਆ ਪੈਦਾ, ਉਹਦੇ ਮੱਥੇ ਤਿਲਕ ਫਿਰਦਾ ਬਚਾਉਂਦਾ ਖਲਬਲੀ ਵੇਖੋ। ਵਾਹ ਵਾਹ, ਮੱਥੇ ਤਿਲਕ ਵਾਲਾ ਔਰੰਗਾ। ਵਾਹ ਵਾਹ, ਉਹਦੇ ਮੱਥੇ ਤਿਲਕ ਫਿਰਦਾ ਬਚਾਉਂਦਾ ਖਲਬਲੀ ਵੇਖੋ। ਮਨਜੀਤਪੁਰੀ ਜੀ, ਉਹ ਰੰਗਾਂ ਨੂੰ ਸਿਰਫ ਇੱਕੋ ਹੀ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਉਹ ਰੰਗਾਂ ਨੂੰ ਸਿਰਫ ਇੱਕੋ ਹੀ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਉਹ ਰੰਗਾਂ ਨੂੰ ਸਿਰਫ ਇੱਕੋ ਹੀ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਇਸੇ ਲਈ ਉਸ ਨੇ ਅੱਜ ਫਿਰ ਨਵੀਂ ਸਾਜ਼ਿਸ਼ ਘੜੀ ਵੇਖੋ। ਵਾਹ ਵਾਹ ਵਾਹ, ਕੀ ਬਾਤ ਹੈ। ਬਚਾਓ ਘਰ ਤੁਸੀਂ ਆਪੇ ਕਿ ਚੌਕੀਦਾਰ ਸੁੱਤਾ ਹੈ, ਬਚਾਓ ਘਰ ਤੁਸੀਂ ਆਪੇ ਕਿ ਚੌਕੀਦਾਰ ਸੁੱਤਾ ਹੈ, ਤੇ ਕੁੱਤੀ ਸ਼ਹਿਰ ਦੀ ਵੀ ਨਾਲ ਚੋਰਾਂ ਦੇ ਰਲੀ ਵੇਖੋ। ਵਾਹ ਵਾਹ ਵਾਹ, ਕੀ ਬਾਤ ਹੈ। ਸਾਡੇ ਜਿਸਮ ਦੀ ਮਿੱਟੀ ਕਿਸੇ ਮਿੱਟੀ ਦਾ ਹਿੱਸਾ ਹੈ, ਸਾਡੇ ਜਿਸਮ ਦੀ ਮਿੱਟੀ ਕਿਸੇ ਮਿੱਟੀ ਦਾ ਹਿੱਸਾ ਹੈ, ਸਾਡੇ ਜਿਸਮ ਦੀ ਮਿੱਟੀ ਇਸੇ ਮਿੱਟੀ ਦਾ ਹਿੱਸਾ ਹੈ। ਵਤਨ ਲਈ ਮਿਟ ਵੀ ਸਕਦੇ ਹਾਂ, ਤੁਸੀਂ ਦੀਵਾਨਗੀ ਵੇਖੋ। ਵਾਹ 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 ਵਾਹ, ਕੀ ਬਾਤ। ਔਰ ਇਹਦਾ ਆਖਰੀ ਸ਼ੇਰ ਲਿਖਣਾ, ਬਣਾਓ ਕਲਮ ਕੱਕੇ ਤੋਂ ਜੇ ਮਸਲਾ ਹੱਲ ਨਾ ਹੋਵੇ, ਬਣਾਓ ਕਲਮ ਕੱਕੇ ਤੋਂ, ਬਣਾਓ ਕਲਮ ਕੱਕੇ ਤੋਂ ਜੇ ਮਸਲਾ ਹੱਲ ਨਾ ਹੋਵੇ, ਤਾਂ ਕੱਕੇ ਤੋਂ ਬਣਾ ਕੇ ਫਿਰ ਤੁਸੀਂ ਕਿਰਪਾਨ ਵੀ ਵੇਖੋ। ਵਾਹ ਵਾਹ ਵਾਹ, ਪਾਲੀ ਬਹੁਤ ਸੋਹਣਾ ਸ਼ੇਰ ਹੈ। ਕੀ ਬਾਤ ਹੈ, ਬਹੁਤ ਸੋਹਣਾ ਸ਼ੇਰ। ਬਣਾਓ ਕਲਮ ਕੱਕੇ ਤੋਂ ਨਾ ਹੋਵੇ ਹੱਲ ਜੇ ਮਸਲਾ, ਤਾਂ ਕੱਕੇ ਤੋਂ ਬਣਾ ਕੇ ਫਿਰ ਤੁਸੀਂ ਕਿਰਪਾਨ ਵੀ ਵੇਖੋ। ਔਰ ਇੱਕ ਤਾਜ਼ਾ ਗਜ਼ਲ ਦੇ ਸ਼ੇਰ ਦੇਖਣਾ ਕਿ ਇੱਕ ਦਿਨ ਜਗਾ ਕੇ ਵੇਖੀ ਆਪਣੀ ਜ਼ਮੀਰ ਹਾਕਮ, ਇੱਕ ਦਿਨ ਜਗਾ ਕੇ ਵੇਖੀ, ਇੱਕ ਦਿਨ ਜਗਾ ਕੇ ਵੇਖੀ ਆਪਣੀ ਜ਼ਮੀਰ ਹਾਕਮ, ਅੱਖਾਂ ਚੋਂ ਵੱਧ ਪਵੇਗਾ ਤੇਰੇ ਵੀ ਨੀਰ ਹਾਕਮ, ਤੇਰੇ ਵੀ ਨੀਰ ਹਾਕਮ। ਬਹੁਤ ਅੱਛਾ। ਤੇਗਾ ਤੇ ਨੱਚਣੇ ਦਾ ਆਉਂਦਾ ਏ ਹੁਨਰ ਸਾਨੂੰ, ਤੇਗਾ ਤੇ ਨੱਚਣੇ ਦਾ ਆਉਂਦਾ ਏ ਹੁਨਰ ਸਾਨੂੰ, ਤੇਗਾ ਤੇ ਨੱਚਣੇ ਦਾ ਆਉਂਦਾ ਏ ਹੁਨਰ ਸਾਨੂੰ, ਕਾਹਤੋਂ ਵਿਖਾ ਰਿਹਾ ਏ
बुड़ बुड़ के तीर हाकम। वाह 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 वाह। और शेर देखना नसीब जी, शेर देखना कि का तो विखा रहा है बुड़ बुड़ के तीर हाकम, और सानू भी बख्श मौला इदा दी तू फकीरी। सानू भी बख्श मौला इदा दी तू फकीरी। ਲੱਖਾਂ ਦੇ ਸੂਟ ਪਾਵੇ साडा फकीर हाकम। फकीर हाकम, क्या बात है, बहुत अच्छा, बहुत अच्छा वाली, बहुत अच्छा, शुक्रिया जी। इदा दी तू फकीरी सानू भी बख्श मौला, ਲੱਖਾਂ ਦੇ सूट पावे साडा फकीर हाकम। ऐ मुल्क दे बाशिंदो जागो ना देर हो जे। ऐ मुल्क दे बाशिंदो जागो ना देर हो जे, लगे दे मुल्क वेचण मिल के वजीर हाकम। वजीर हाकम, सही है बिल्कुल। सूर साहब शेर देखना कि लोग झोला उठा के तेनू इदा नहीं जान देना। झोला उठा के तेनू इदा नहीं जान देना। झोला उठा के तेनू इदा नहीं जान देना। लोका हिसाब लेना तैथों अखीर हाकम। अखीर हाकम, वाह पाली वाह। और ਇਹਦਾ ਬਾਤਾਂ ਦੇਖਣਾ कि खादिम ने जो कहा है वो झूठ है तो दसो। खादिम ने जो कहा है वो झूठ, खादिम ने जो कहा है वो झूठ है तो दसो। एक होर गल दसा डंडे दा पीर हाकम। क्या बात है यार, एक दिन जगा के वेखी अपनी ज़मीर हाकम, अखां चो वग पवेगा तेरे भी वीर हाकम। बहुत सोहनी गल, बहुत ਵਧੀਆ ਪਾਲੀ, ਬਹੁਤ ਵਧੀਆ। ਲਿਖਣ ਦਾ ਤੇ ਸਿਰਜਣ ਦਾ ਹੁਨਰ ਹੈ, ਉਹਨੇ ਸੁਣਾਉਣ ਦਾ ਹੁਨਰ ਵੀ ਹੈ। ਤੁਸੀਂ ਬੁਲੰਦ ਆਵਾਜ਼ ਦੇ ਵਿੱਚ ਆਪਣੀ ਗਜ਼ਲ ਦੇ ਸ਼ੇਰ ਕਹਿੰਦੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਦੋਸਤੋ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਮੈਡਮ ਸੁਖਮੰਦਰ ਕੌਰ ਸਾਡੇ ਨਾਲ ਜੁੜੇ ਹੋਏ ਨੇ, ਪਰਮਜੀਤ ਕੌਰ ਸਾਡੇ ਨਾਲ ਜੁੜੇ ਹੋਏ ਨੇ, ਇਸੇ ਤਰ੍ਹਾਂ ਹੀ ਨੌਰੰਗ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਜਸਵਿੰਦਰ ਸਿੰਘ, ਹਰਮਿੰਦਰ ਕੌਰ, ਗੁਰਿੰਦਰ ਸਿੰਘ, ਭਜਨਵੀਰ ਸਿੰਘ, ਰਾਜੀਵ ਸੂਦ। ਇਹਨਾਂ ਸਾਰੇ ਦੋਸਤਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਲਗਾਤਾਰ ਕਮੈਂਟ ਵੀ ਕਰ ਰਹੇ ਨੇ, ਸਾਡੇ ਇਨਬਾਕਸ ਦੇ ਵਿੱਚ ਦਾਦ ਦੇ ਰਹੇ ਨੇ ਸਾਡੇ ਸ਼ਾਇਰਾਂ ਨੂੰ। ਤੇ ਜੈਪਾਲ ਸਰ ਤੁਹਾਡੀ ਆਵਾਜ਼ ਤੁਸੀਂ ਦੁਬਾਰਾ ਕਨੈਕਟ ਹੋ ਗਏ, ਹੁਣ ਦੇਖੋ ਇੱਕ ਵਾਰੀ ਬੋਲ ਕੇ ਆਪਣਾ ਮਾਈਕ ਇੱਕ ਵਾਰੀ ਤੁਸੀਂ ਮਾਈਕ ਬੰਦ ਕੀਤਾ ਸਰ, ਖੋਲਿਓ ਇਹਨੂੰ ਜੀ। ਹੁਣ ਹਾਂਜੀ ਆਵਾਜ਼ ਆ ਰਹੀ ਹੈ ਜੀ? ਹੁਣ ਆ ਰਹੀ ਹੈ, ਆ ਰਹੀ ਹੈ, ਆ ਰਹੀ ਹੈ ਜੈਪਾਲ ਜੀ, ਆ ਰਹੀ ਹੈ। ਇਸ ਤੋਂ ਪਹਿਲਾਂ ਕਿ ਆਵਾਜ਼ ਚਲੀ ਜਾਵੇ ਤੁਸੀਂ ਫਟਾਫਟ ਆਪਣੀ ਕਪੜਾ। ਅੱਛਾ ਜੀ, ਕੀ ਬਾਤ ਹੈ ਜੀ। ਸਿਆਸਤ ਦੀ ਟੀਰੀ ਅੱਖ ਜੀ, ਸਿਆਸਤ ਦੀ ਅੱਖ ਟੀਰੀ ਹੁੰਦੀ ਹੈ, ਹੜਾਂ ਚ ਲੁਕਾਈ ਦੇ ਮਰਨ ਦਾ, ਦੰਗਿਆਂ ਚ ਘਰਾਂ ਦੇ ਸੜਨ ਦਾ, ਸਿਆਸਤ ਨੂੰ ਕੋਈ ਫਰਕ ਜੀ ਗਈ ਆਵਾਜ਼ ਦੁਆਰਾ, ਲੱਗਦਾ ਗਰਮੀ ਫੇਰ ਜੀ। ਜੈਪਾਲ ਸਰ ਚਲੋ ਸਾਡੀ ਵੀ ਜਿੱਦ ਹੈ, ਜਿੰਨੀ ਦੇਰ ਪ੍ਰੋਗਰਾਮ ਮੁੱਕਦਾ ਹੈ ਤੁਹਾਡੇ ਤੋਂ ਬਾਰ-ਬਾਰ ਸੁਣਦੇ ਰਹਾਂਗੇ ਅਸੀਂ। ਨੈਟਵਰਕ ਦੀ ਪ੍ਰੋਬਲਮ ਹੈ ਸਰ ਦੀ, ਕੋਈ ਗੱਲ ਨਹੀਂ ਹੈਗੀ। ਤੇ ਇਸ ਤੋਂ ਬਾਅਦ ਸਾਡੇ ਨਾਲ ਆਪਣੀ ਕਵਿਤਾ ਕਹਿਣ ਲਈ ਆਉਣਗੇ ਮੈਡਮ ਸਤਨਾਮ ਚੌਹਾਨ। ਪਟਿਆਲੇ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਕਈ ਨਵੀਆਂ ਜਿਹੜੀਆਂ ਔਰਤ ਸ਼ਾਇਰਾਂ ਨੇ ਆਪਣੀ ਜਿਹੜੀ ਕਵਿਤਾ ਹੈ ਤੇ ਗਜ਼ਲ ਲਿਖਣੀ ਸ਼ੁਰੂ ਕੀਤੀ ਹੈ, ਉਹਨਾਂ ਦੇ ਵਿੱਚੋਂ ਮੈਡਮ ਸਤਨਾਮ ਚੌਹਾਨ ਵੀ ਇੱਕ ਨੇ। ਮੈਡਮ ਸਤਨਾਮ ਚੌਹਾਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਜੀ ਮੇਰੀ ਕਵਿਤਾ ਹੈ ਜੀ, ਮੇਰਾ ਬਾਬਲ। ਜੀ। ਮੇਰਾ ਬਾਬਲ ਦੇਸਾਂ ਦਾ ਰਾਜਾ ਤਾਂ ਨਹੀਂ ਸੀ, ਮੇਰਾ ਬਾਬਲ ਦੇਸਾਂ ਦਾ ਰਾਜਾ ਤਾਂ ਨਹੀਂ ਸੀ, ਉਹ ਤਾਂ ਸੀ ਸਿਰੜੀ ਕਿਸਾਨ, ਜੋ ਪੋਹ ਫੁੱਟਣ ਤੋਂ ਪਹਿਲਾਂ
ਜਾ ਜੋੜਦਾ ਹਲ ਖੇਤਾਂ ਵਿੱਚ। ਉਗਾਉਂਦਾ ਵੰਨ ਸਵੰਨੀਆਂ ਫਸਲਾਂ, ਉਗਾਉਂਦਾ ਵੰਨ ਸਵੰਨੀਆਂ ਫਸਲਾਂ, ਗਾਉਂਦਾ ਗੁਰਬਾਣੀ ਮਿੱਠੀ। ਭਰ ਭਰ ਮੁੱਠੀਆਂ ਕੇਰਦਾ ਬੀਜ, ਭਰ ਭਰ ਮੁੱਠੀਆਂ ਕੇਰਦਾ ਬੀਜ, ਧਰਤੀ ਮਾਂ ਦੀ ਕੁੱਖ ਵਿੱਚ। ਧਰਤੀ ਮਾਂ ਖੁਸ਼ ਹੋ, ਧਰਤੀ ਮਾਂ ਖੁਸ਼ ਹੋ, ਦਿੰਦੀ ਹਰੀਆਂ ਭਰੀਆਂ ਫਸਲਾਂ। ਰਿਜ਼ਕ ਆਉਂਦਾ, ਰਿਜ਼ਕ ਆਉਂਦਾ, ਖਾਂਦੇ ਪਸ਼ੂ ਪੰਛੀ, ਗੁਰੂ ਘਰ ਦਾ ਹਿੱਸਾ, ਸੀਰੀ ਕਾਮੇ ਸਭ ਦਾ ਹਿੱਸਾ। ਕਿੰਨਾ ਸਬਰ ਸੰਤੋਖ ਸੀ, ਕਿੰਨਾ ਸਬਰ ਸੰਤੋਖ ਸੀ, ਉਸ ਅੰਨਦਾਤੇ ਨੂੰ ਦਿੱਤਾ ਰੱਬ ਸੱਚੇ ਨੇ, ਰੱਬ ਸੱਚੇ ਨੇ। ਤੇ ਮੇਰੀ ਦੂਸਰੀ ਕਵਿਤਾ ਹੈ ਜੀ, ਸੁਣਨੀ ਦਿੱਲੀਏ। ਸੁਣਨੀ ਦਿੱਲੀਏ ਆਏ ਮੁਸਾਫਿਰ, ਸੁਣਨੀ ਦਿੱਲੀਏ ਆਏ ਮੁਸਾਫਿਰ, ਬੂਹਾ ਲੈ ਤੂੰ ਖੋਲ, ਤੇਰੇ ਵਰਗਾ ਚਲਾਕ ਨੀ ਦਿੱਲੀਏ ਕੋਈ ਨਹੀਂ ਹੋਣਾ ਹੋਰ। ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸੁਣਨੀ ਦਿੱਲੀਏ, ਸੁਣਨੀ ਦਿੱਲੀਏ ਅਸਾਂ ਲਾ ਲਏ ਮੋਰਚੇ, ਸੁਣਨੀ ਦਿੱਲੀਏ ਅਸਾਂ ਲਾ ਲਏ ਮੋਰਚੇ, ਤੇਰੇ ਦਰ ਦਰਵਾਜੇ। ਹੱਕ ਤੂੰ ਸਾਡੇ ਮੋੜ, ਹੱਕ ਨੇ ਸਾਡੇ ਆਪਣੇ, ਆਪ ਲਵਾਂਗੇ ਖੋ, ਤੂੰ ਜਿੰਨਾ ਮਰਜ਼ੀ ਰੋਲ, ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸੁਣਨੀ ਦਿੱਲੀਏ, ਸੁਣਨੀ ਦਿੱਲੀਏ ਅਸਾਂ ਦੇ ਇੱਥੇ ਮੁੱਢ ਤੋਂ ਸ਼ਹਾਦਤਾਂ ਪਾਈਆਂ, ਦੇਗਾਂ ਵਿੱਚ ਉਬਾਲੇ, ਦੇਗਾਂ ਵਿੱਚ ਉਬਾਲੇ, ਤਵੀਆਂ ਵੀ ਤੂੰ ਤਾਈਆਂ, ਤਵੀਆਂ ਵੀ ਤੂੰ ਤਾਈਆਂ, ਪਰ ਕਦੇ ਨਾ ਹਾਰੇ ਦਿੱਲੀਏ, ਪਰ ਕਦੇ ਨਾ ਹਾਰੇ ਦਿੱਲੀਏ। ਤਵਾ ਰੀਖ ਫਰੋਲ, ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸੁਣਨੀ ਦਿੱਲੀਏ, ਸੁਣਨੀ ਦਿੱਲੀਏ ਪੱਗ ਹੈ ਸਾਡੀ ਅੱਗ ਦੀ, ਸੁਣਨੀ ਦਿੱਲੀਏ ਪੱਗ ਹੈ ਸਾਡੀ ਅੱਗ ਦੀ, ਅੱਗ ਦੇ ਇਹਦੇ ਲੜ, ਅੱਗ ਦੇ ਇਹਦੇ ਲੜ, ਹੱਥ ਜੋ ਇਸ ਨੂੰ ਲਾਏਗਾ ਹੱਥ ਜਾਏਗਾ ਸੜ, ਹੱਥ ਜੋ ਇਸ ਨੂੰ ਲਾਏਗਾ ਹੱਥ ਜਾਏਗਾ ਸੜ, ਫਿਰ ਹੱਥ ਨਾ ਲਾਵੇ ਕੋਈ ਹੋਰ। ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸੁਣਨੀ ਦਿੱਲੀਏ, ਸੁਣਨੀ ਦਿੱਲੀਏ ਅਸੀਂ ਮਿੱਟੀ ਦੇ ਜਾਏ, ਸੁਣਨੀ ਦਿੱਲੀਏ ਅਸੀਂ ਮਿੱਟੀ ਦੇ ਜਾਏ, ਅੰਨ ਉਗਾਈਏ ਲੰਗਰ ਲਾਈਏ, ਅੰਨ ਉਗਾਈਏ ਲੰਗਰ ਲਾਈਏ, ਸਾਡੇ ਘਰ ਦੇ, ਸਾਡੇ ਘਰ ਦੇ ਬੂਹੇ, ਸਾਡੇ ਘਰ ਦੇ ਬੂਹੇ ਤੂੰ ਸਾਡੇ ਤੋਂ ਹੀ ਨਾ ਢੋ, ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸੁਣਨੀ ਦਿੱਲੀਏ, ਸੁਣਨੀ ਦਿੱਲੀਏ ਅਸਾਂ ਸੇਕ ਲਈ, ਸੁਣਨੀ ਦਿੱਲੀਏ ਅਸਾਂ ਸੇਕ ਲਈ, ਆਪਣੀ ਬਾਲ ਕੇ ਆਪੇ, ਸੁਣਨੀ ਦਿੱਲੀਏ ਅਸਾਂ ਸੇਕ ਲਈ ਆਪਣੀ ਬਾਲ ਕੇ ਆਪ, ਤੈਨੂੰ ਪਰ ਕਿਉਂ ਚੜਿਆ ਮੱਠਾ ਮੱਠਾ ਤਾਪ, ਨਾ ਲੱਭਣਾ ਤੈਨੂੰ ਕੋਈ ਮਾਂਦਰੀ ਹੋਰ, ਤੂੰ ਹੈ ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ, ਸਾਡੀ ਚੋਰ ਨੀ ਦਿੱਲੀਏ, ਤੂੰ ਹੈ ਸਾਡੀ ਚੋਰ। ਸ਼ੁਕਰੀਆ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਬਾਅਦ ਆਪਾਂ ਦੋ ਸ਼ਾਇਰ ਆਪਣੇ ਕੋਲੇ ਰਹਿੰਦੇ ਨੇ, ਮਨਜੀਤ ਪੁਰੀ, ਐਸ ਨਸੀਮ ਸਰ, ਪਰ ਇਸ ਤੋਂ ਪਹਿਲਾਂ ਫਿਰ ਇੱਕ ਵਾਰ ਆਪਾਂ ਟਰਾਈ ਕਰਦੇ ਹਾਂ ਜੈਪਾਲ ਜੀ ਹੋਰਾਂ ਨੂੰ, ਜੇ ਉਹ ਆਪਣੀ ਅਧੂਰੀ ਗੱਲ ਪੂਰੀ ਕਰ ਸਕਣ। ਹਾਂਜੀ ਜੈਪਾਲ ਸਰ, ਇਹਨੂੰ ਮਾਈਕ ਨੂੰ ਇੱਕ ਵਾਰੀ ਫੇਰ ਔਨ ਕਰਕੇ ਦੇਖੋ ਸਰ, ਤੁਸੀਂ ਮਿਊਟ ਕਰ ਲੈਂਦੇ ਹੋ। ਔਨ ਹੈ, ਔਨ ਹੈ ਤਾਂ ਆਵਾਜ਼ ਇੱਕ ਵਾਰੀ ਬੋਲ ਕੇ ਦੇਖੋ ਫਿਰ ਵੀ ਚੱਲ। ਜੀ ਮੇਰੇ ਖਿਆਲ ਚ ਜੈਪਾਲ ਜੀ ਅੱਜ ਕੱਲ ਨਾ ਬੱਸੀ ਪਠਾਣਾ ਦੇ ਵਿੱਚ ਉਹ ਨਹੀਂ ਸਹੀ ਆ ਰਹੀਗੀ, ਨੈਟ ਦੀ ਰੇਂਜ ਨਹੀਂ ਸਹੀ ਹੈਗੀ। ਚਲੋ ਦੇਖੋ ਇੱਕ ਵਾਰੀ ਬੋਲ ਕੇ ਸਰ, ਬੋਲ ਕੇ ਹਾਂਜੀ ਹਾਂਜੀ ਚਲੋ। ਹੁੰਦੀ ਹੈ ਦੇ ਮਰਨ ਦਾ, ਦੰਗਿਆਂ ਘਰਾਂ ਦੇ ਸੜਨ ਦਾ, ਸਿਆਸਤ ਨੂੰ ਫਰਕ ਨਹੀਂ ਪੈਂਦਾ। ਸਿਆਸਤ ਨੂੰ ਕੋਈ ਫਰਕ ਨਹੀਂ ਪੈਂਦਾ।
ਕਿਉਂਕਿ ਸਿਆਸਤ ਦੇ ਸੋ ਅੱਖ ਹੁੰਦੇ ਹੋਏ ਨਹੀਂ ਹੁੰਦੀ। ਬਣਦੀ ਨਹੀਂ ਗੱਲ ਸਰ। ਨਹੀਂ, ਆਵਾਜ਼ ਨਹੀਂ ਆ ਰਹੀ। ਜੈਪਾਲ ਸਰ ਚਲੋ ਮੈਂ ਕੋਈ ਗੱਲ ਨਹੀਂ ਸੁਣ ਲੂੰਗਾ। ਹਾਂ ਹਾਂ ਮੇਰੀ ਥੋੜੀ ਆਵਾਜ਼ ਮੈਂ ਸੁਣ ਲੂੰਗਾ। ਤੁਹਾਨੂੰ ਹਾਂਜੀ ਹਾਂਜੀ ਆਪਾਂ ਜਦੋਂ ਕਹਿ ਰਹੀ ਹੋ ਰੱਖੋ ਜੀ। ਹਾਂਜੀ ਕੋਈ ਗੱਲ ਨਹੀਂ ਸਰ। ਉਹ ਆਵਾਜ਼ ਫਿਰ ਜਦੋਂ ਟੁੱਟ ਜਾਂਦੀ ਹੈ ਨਾ। ਹਾਂਜੀ ਹਾਂਜੀ ਕੋਈ ਗੱਲ ਨਹੀਂ ਹੈਗੀ ਗੱਲ। ਹੁਣ ਆਪਾਂ ਆਨੰਦ ਮਾਣਦੇ ਹਾਂ ਅੱਜ। ਇਸ ਤੋਂ ਬਾਅਦ ਸਾਡੇ ਬਹੁਤ ਸਮਰੱਥ ਸ਼ਾਇਰ ਤੇ ਬਹੁਤ ਖੂਬਸੂਰਤ ਅਧਿਆਪਕ, ਬਹੁਤ ਖੂਬਸੂਰਤ ਇਨਸਾਨ ਮਨਜੀਤ ਪੁਰੀ ਹੋਰੀ ਸਾਡੇ ਨਾਲ ਨੇ। ਮਨਜੀਤ ਪੁਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਡਾਕਟਰ ਕੁਲਦੀਪ ਜੀ। ਜੀ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਪੰਜਾਬੀ ਦੇ ਵੱਡੇ ਗਜ਼ਲਗੋ ਐਸ ਨਸੀਮ ਹੋਰਾਂ ਨੂੰ ਮੇਰਾ ਨਮਨ। ਔਰ ਇਸ ਸਮਾਗਮ ਦੇ ਵਿੱਚ ਸ਼ਾਮਲ ਪੰਜਾਬੀ ਦੇ ਬੜੇ ਵਧੀਆ ਗਜ਼ਲਗੋ ਮੈਡਮ ਅਨੂ ਬਾਲਾ, ਰਾਜਦੀਪ ਧੂਰ, ਪਾਲੀ ਖਾਦਮ ਤੇ ਮੈਡਮ ਸਤਨਾਮ ਚੌਹਾਨ, ਸਤੀਸ਼ ਵਿਦਰੋਹੀ ਤੇ ਹੋਰ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਕੁਝ ਕਲਾਮ ਤੁਹਾਡੇ ਨਾਲ ਕਿਸਾਨੀ ਸੰਕਟ ਜਾਂ ਕਹਿ ਸਕਦੇ ਹਾਂ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਪਿਛਲੇ ਦਿਨਾਂ 'ਚ ਜੋ ਮਨ ਦੀ ਹਾਲਾਤ ਰਹੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਗਜ਼ਲ ਇਹਨਾਂ ਦਿਨਾਂ ਦੇ ਵਿੱਚ ਜ਼ਿਹਨ ਦੇ ਵਿੱਚ ਉਤਰੀ। ਨਸੀਮ ਜੀ ਕਿ ਸਾਡੇ ਸਾਰੇ ਝਗੜੇ ਇੰਨਾ ਆਖ ਨਵੇੜੇ ਜਾਂਦੇ ਨੇ। ਕਿ ਸਾਡੇ ਸਾਰੇ ਝਗੜੇ ਇੰਨਾ ਆਖ ਨਵੇੜੇ ਜਾਂਦੇ ਨੇ ਕਿ ਉਸ ਰਸਤੇ ਨਹੀਂ ਰਾਂਝੇ ਜਾਂਦੇ ਜਿਸ ਰਾਹ ਖੇੜੇ ਜਾਂਦੇ ਨੇ। ਵਧੀਆ, ਠੀਕ ਹੈ ਯਾਰ, ਬਹੁਤ ਅੱਛਾ। ਸਾਡੇ ਸਾਰੇ ਝਗੜੇ ਕਿ ਸਾਡੇ ਸਾਰੇ ਆਖ ਨਵੇੜੇ ਜਾਂਦੇ ਨੇ, ਸਾਡੇ ਸਾਰੇ ਝਗੜੇ ਇੰਨਾ ਆਖ ਨਵੇੜੇ ਜਾਂਦੇ ਨੇ ਕਿ ਉਸ ਰਸਤੇ ਨਹੀਂ ਰਾਂਝੇ ਜਾਂਦੇ ਜਿਸ ਰਾਹ ਖੇੜੇ ਜਾਂਦੇ ਨੇ। ਔਰ ਉਥਲ ਪੁਥਲ ਚੋਂ ਸਾਬਤ ਲੰਘਣਾ ਜਣੇ ਖਣੇ ਦੇ ਵਸ ਨਹੀਂ। ਉਥਲ ਪੁਥਲ ਚੋਂ ਸਾਬਤ ਲੰਘਣਾ ਜਣੇ ਖਣੇ ਦੇ ਵਸ ਨਹੀਂ ਕਿ ਰੂਹਾਂ ਸਾਬਤ ਰੱਖਦਿਆਂ ਅਕਸਰ ਜਿਸਮ ਤਰੇੜੇ ਜਾਂਦੇ ਨੇ। ਉਥਲ ਪੁਥਲ ਚੋਂ ਸਾਬਤ ਲੰਘਣਾ ਜਣੇ ਖਣੇ ਦੇ ਵਸ ਨਹੀਂ ਕਿ ਰੂਹਾਂ ਸਾਬਤ ਰੱਖਦਿਆਂ ਅਕਸਰ ਜਿਸਮ ਤਰੇੜੇ ਜਾਂਦੇ ਨੇ। ਔਰ ਨਾਨਕ ਦੇ ਖੇਤਾਂ ਦੇ ਪੁੱਤਰ ਸੁਪਨੇ ਬੁਣ ਹੀ ਲੈਂਦੇ ਨੇ। ਨਾਨਕ ਦੇ ਖੇਤਾਂ ਦੇ ਪੁੱਤਰ ਸੁਪਨੇ ਬੁਣ ਹੀ ਲੈਂਦੇ ਨੇ। ਸੁਪਨੇ ਬੁਣ ਹੀ ਲੈਂਦੇ ਨੇ ਭਾਵੇਂ ਸਿਰ ਤੋਂ ਪੈਰਾਂ ਤੀਕਰ ਆਪ ਉਧੇੜੇ ਜਾਂਦੇ ਨੇ। ਨਾਨਕ ਦੇ ਖੇਤਾਂ ਦੇ ਪੁੱਤਰ ਸੁਪਨੇ ਬੁਣ ਹੀ ਲੈਂਦੇ ਨੇ ਭਾਵੇਂ ਸਿਰ ਤੋਂ ਪੈਰਾਂ ਤੀਕਰ ਆਪ ਉਧੇੜੇ ਜਾਂਦੇ ਨੇ। ਔਰ ਇੱਕ ਸ਼ੇਰ ਹੋਰ ਇਸ ਗਜ਼ਲ ਦਾ ਕਿ ਹਨੇਰਾ ਬੋਝੇ ਪਾ ਕੇ ਹਾਕਮ ਹੋਕਾ ਦਿੰਦਾ ਚਾਨਣ ਦਾ। ਹਨੇਰਾ ਬੋਝੇ ਪਾ ਕੇ ਹਾਕਮ ਹੋਕਾ ਦਿੰਦਾ ਚਾਨਣ ਦਾ ਤਾਈਓ ਸਾਥੋਂ ਖੁਸ਼ੀ ਭੁਲੇਖੇ ਦਰਦ ਸਹੇੜੇ ਜਾਂਦੇ ਨੇ। ਹਨੇਰਾ ਬੋਝੇ ਪਾ ਕੇ ਹਾਕਮ ਹੋਕਾ ਦਿੰਦਾ ਚਾਨਣ ਦਾ ਤਾਈਓ ਸਾਥੋਂ ਖੁਸ਼ੀ ਭੁਲੇਖੇ ਦਰਦ ਸਹੇੜੇ ਜਾਂਦੇ ਨੇ ਕਿ ਸਾਡੇ ਸਾਰੇ ਝਗੜੇ ਇੰਨਾ ਆਖ ਨਵੇੜੇ ਜਾਂਦੇ ਨੇ ਕਿ ਉਸ ਰਸਤੇ ਨਹੀਂ ਰਾਂਝੇ ਜਾਂਦੇ ਜਿਸ ਰਾਹ ਖੇੜੇ ਜਾਂਦੇ ਨੇ। ਬਹੁਤ ਅੱਛਾ ਵੀਰੇ, ਬਹੁਤ ਵਧੀਆ। ਔਰ ਇੱਕ ਕੁਝ ਕੁ ਦੋਹੇ ਲਿਖੇ ਸੀ ਇਹਨਾਂ ਦਿਨਾਂ ਦੇ ਵਿੱਚ ਕਿ ਰਾਜ ਕਰਿੰਦੇ ਰਾਜਿਆ ਕੁਝ ਤਾਂ ਹੋਸ਼ ਸੰਭਾਲ। ਕਿ ਰਾਜ ਕਰਿੰਦੇ ਰਾਜਿਆ ਕੁਝ ਤਾਂ ਹੋਸ਼ ਸੰਭਾਲ ਤੇ ਕੋਇਲੇ ਰੱਖੇ ਸਾਂਭ ਕੇ ਤੇ ਮਿੱਟੀ ਰੋਲੇ ਲਾਲ। ਰਾਜ ਕਰਿੰਦੇ ਰਾਜਿਆ ਕੁਝ ਤਾਂ ਹੋਸ਼ ਸੰਭਾਲ ਕੋਇਲੇ ਰੱਖੇ ਸਾਂਭ ਕੇ ਤੇ ਮਿੱਟੀ ਰੋਲੇ ਲਾਲ। ਤੇ ਰਾਜ ਕਰਿੰਦੇ ਰਾਜਿਆ ਰਾਜ ਕਰਿੰਦੇ ਰਾਜਿਆ ਇੰਨਾ ਨਾ ਹੰਕਾਰ। ਰਾਜ ਕਰਿੰਦੇ ਰਾਜਿਆ ਇੰਨਾ ਨਾ ਹੰਕਾਰ ਫਸਲਾਂ ਰਹੀਆਂ ਰੁਲਦੀਆਂ ਤੂੰ ਕਦੇ ਲਈ ਨਾ ਸਾਰ। ਕਿ ਰਾਜ ਕਰਿੰਦੇ ਰਾਜਿਆ ਅੰਨਾ ਤੇਰਾ ਰਾਜ। ਰਾਜ ਕਰਿੰਦੇ ਰਾਜਿਆ ਅੰਨਾ ਤੇਰਾ ਰਾਜ ਤੇ ਅੰਨੇ ਤੇਰੇ ਚਾਟੜੇ ਭੋਰਾ ਵੀ ਨਹੀਂ ਲਾਜ। ਰਾਜ ਕਰਿੰਦੇ ਰਾਜਿਆ ਅੰਨਾ ਤੇਰਾ ਰਾਜ
ਅੰਨੇ ਤੇਰੇ ਚਾਟੜੇ ਤੇ ਭੋਰਾ ਵੀ ਨਹੀਂ ਲਾਜ। ਰਾਜ ਕਰੇਂਦੇ ਰਾਜਿਆ ਜਾਗ ਪਏ ਨੇ ਖੇਤ। ਰਾਜ ਕਰੇਂਦੇ ਰਾਜਿਆ ਜਾਗ ਪਏ ਨੇ ਖੇਤ। ਤੇਰੇ ਮਨ ਕੀ ਬਾਤ ਦੇ ਹੁਣ ਖੁੱਲ ਗਏ ਨੇ ਭੇਤ। ਰਾਜ ਕਰੇਂਦੇ ਰਾਜਿਆ ਹੁਣ ਜਾਗ ਪਏ ਨੇ ਖੇਤ। ਤੇਰੇ ਮਨ ਕੀ ਬਾਤ ਦੇ ਹੁਣ ਖੁੱਲ ਗਏ ਨੇ ਭੇਤ। ਤੇ ਰਾਜ ਕਰੇਂਦੇ ਰਾਜਿਆ ਝੁੱਗਾ ਹੋਣਾ ਚੌੜ। ਰਾਜ ਕਰੇਂਦੇ ਰਾਜਿਆ ਝੁੱਗਾ ਹੋਣਾ ਚੌੜ। ਤੇ ਮਿੱਟੀ ਚੜ ਕੇ ਆ ਗਈ ਦੌੜ ਸਕੇ ਤਾਂ ਦੌੜ। ਕਿਆ ਬਾਤ, ਕਿਆ ਬਾਤ। ਦੌੜ ਕੇ ਰਾਜ ਕਰੇਂਦੇ ਰਾਜਿਆ ਹੁਣ ਨਹੀਂ ਹੋਣੇ ਰੋਕ। ਰਾਜ ਕਰੇਂਦੇ ਰਾਜਿਆ ਹੁਣ ਨਹੀਂ ਹੋਣੇ ਰੋਕ। ਤੇ ਭਸਮ ਕਰਨਗੇ ਤਖਤ ਨੂੰ ਅੱਗ ਦੇ ਭਾਂਬੜ ਲੋਕ। ਰਾਜ ਕਰੇਂਦੇ ਰਾਜਿਆ ਜਮਾਂ ਸਿਰੇ ਦੀ ਬਾਤ। ਰਾਜ ਕਰੇਂਦੇ ਰਾਜਿਆ ਜਮਾਂ ਸਿਰੇ ਦੀ ਬਾਤ। ਤੈਨੂੰ ਦੱਸ ਕੇ ਹਟਾਂਗੇ ਅਸਲ ਤੇਰੀ ਔਕਾਤ। ਬਹੁਤ ਅੱਛੀ। ਔਰ ਇੱਕ ਲਾਸਟ ਮੈਂ ਅਖੀਰ ਦੇ ਵਿੱਚ ਇੱਕ ਗੀਤ ਦੇ ਕੁਝ ਕੁ ਬੰਦ ਕਹਿ ਕੇ ਤੁਹਾਡੇ ਤੋਂ ਵਿਦਾ ਲਵਾਂਗਾ ਜੀ। ਉਸ ਤੋਂ ਬਾਅਦ ਅਸੀਂ ਐਸ ਨਸੀਮ ਹੋਰਾਂ ਨੂੰ ਸੁਣਾਂਗੇ ਜੀ ਕਿ ਕਿੰਨੀ ਵਾਰੀ ਉਸਰੀ ਤੇ ਕਿੰਨੀ ਵਾਰੀ ਢਈਏ। ਫਿਰ ਵੀ ਪਿਆਸੀ ਸਾਡੇ ਖੂਨ ਦੀ ਹੀ ਰਹੀ ਹੈ। ਕਿੰਨੀ ਵਾਰੀ ਉਸਰੀ ਤੇ ਕਿੰਨੀ ਵਾਰੀ ਢਈਏ। ਫੇਰ ਵੀ ਪਿਆਸੀ ਸਾਡੇ ਖੂਨ ਦੀ ਹੀ ਰਹੀ ਹੈ। ਭਾਈ ਜਿਹੜੀ ਭਾਜੀ ਤੈਨੂੰ ਮੋੜ ਕੇ ਹਟਾਂਗੇ। ਨੀ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ। ਤੋੜ ਕੇ ਹਟਾਂਗੇ। ਬਹੁਤ ਅੱਛਾ ਜੀ। ਨੀ ਭਾਈ ਜਿਹੜੀ ਭਾਜੀ ਤੈਨੂੰ ਮੋੜ ਕੇ ਹਟਾਂਗੇ। ਨੀ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ। ਕਿ ਖੇਤਾਂ ਵਿੱਚ ਬੀਜਦੀ ਤੂੰ ਫਿਰੇ ਸਲਫਾਸ ਨਹੀਂ। ਤੇ ਰੇਤੇ 'ਚ ਰਲਾਈ ਜਾਵੇਂ ਕੱਲੀ ਕੱਲੀ ਆਸ ਨਹੀਂ। ਖਿੱਚਦੀ ਜਮੂਰਾਂ ਨਾਲ ਅੰਦਰੋਂ ਸਵਾਸ ਨਹੀਂ। ਉੱਤੋਂ ਉੱਤੋਂ ਝੂਠੇ ਜਿਹੇ ਦੇਵੇਂ ਧਰਵਾਸ ਨਹੀਂ। ਖੇਤਾਂ ਵਿੱਚ ਬੀਜਦੀ ਤੂੰ ਫਿਰੇ ਸਲਫਾਸ ਨਹੀਂ। ਰੇਤੇ 'ਚ ਰਲਾਈ ਜਾਵੇਂ ਕੱਲੀ ਕੱਲੀ ਆਸ ਨਹੀਂ। ਖਿੱਚਦੀ ਜਮੂਰਾਂ ਨਾਲ ਅੰਦਰੋਂ ਸਵਾਸ ਨਹੀਂ। ਉੱਤੋਂ ਉੱਤੋਂ ਝੂਠੇ ਜਿਹੇ ਦੇਵੇਂ ਧਰਵਾਸ ਨਹੀਂ। ਤੇ ਤੇਰੇ ਲੰਮੇ ਹੱਥਾਂ ਨੂੰ ਮਰੋੜ ਕੇ ਹਟਾਂਗੇ। ਨੀ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ। ਔਰ ਕਣਕਾਂ ਦੇ ਗੀਤ ਫਿਰੇ ਪੈਰਾਂ 'ਚ ਮਧੋਲਦੀ। ਖਿੜੇ ਹੋਏ ਨਰਮੇ ਤੇ ਜ਼ਹਿਰਾਂ ਫਿਰੇ ਡੋਲਦੀ। ਤੇ ਸੋਨੇ ਜਿਹੇ ਚਾਅ ਸਾਡੇ ਕੌਡੀਆਂ ਨਾ ਤੋਲਦੀ। ਤੇ ਉਂਝ ਭਾਵੇਂ ਥੋੜਿਆਂ ਦੇ ਹੱਕ ਵਿੱਚ ਬੋਲਦੀ। ਕਣਕਾਂ ਦੇ ਗੀਤ ਫਿਰੇ ਪੈਰਾਂ 'ਚ ਮਧੋਲਦੀ। ਖਿੜੇ ਹੋਏ ਨਰਮੇ ਤੇ ਜ਼ਹਿਰਾਂ ਫਿਰੇ ਡੋਲਦੀ। ਸੋਨੇ ਜਿਹੇ ਚਾਅ ਸਾਡੇ ਕੌਡੀਆਂ ਨਾ ਤੋਲਦੀ। ਤੇ ਉਂਝ ਭਾਵੇਂ ਥੋੜਿਆਂ ਦੇ ਹੱਕ ਵਿੱਚ ਬੋਲਦੀ। ਤੇ ਝੂਠ ਤੇਰੇ ਪਾਣੀਆਂ 'ਚ ਰੋੜ ਕੇ ਹਟਾਂਗੇ। ਨੀ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ। ਤੋੜ ਕੇ ਹਟਾਂਗੇ। ਤੇ ਟਲ ਜਾ ਤੂੰ ਰਗਾਂ 'ਚ ਉਬਾਲੇ ਖਾਂਦਾ ਖੂਨ ਹੈ। ਤੇ ਟਲ ਜਾ ਤੂੰ ਰਗਾਂ 'ਚ ਉਬਾਲੇ ਖਾਂਦਾ ਖੂਨ ਹੈ। ਦੇਖ ਸਾਡੇ ਸੀਨਿਆਂ 'ਚ ਲੋਹੜੇ ਦਾ ਜਨੂਨ ਹੈ। ਕਿ ਪਾੜ ਦੇਣਾ ਜਿਹੜਾ ਤੇਰਾ ਝੂਠ ਦਾ ਕਾਨੂੰਨ ਹੈ। ਬੰਦਿਆਂ ਜੀ ਸਾਡੀ ਕਿਹੜਾ ਡੰਗਰਾਂ ਦੀ ਜੂਨ ਹੈ। ਕਿ ਡਰ ਜਾ ਤੂੰ ਰਗਾਂ 'ਚ ਉਬਾਲੇ ਖਾਂਦਾ ਖੂਨ ਹੈ। ਦੇਖ ਸਾਡੇ ਸੀਨਿਆਂ 'ਚ ਲੋਹੜੇ ਦਾ ਜਨੂਨ ਹੈ। ਪਾੜ ਦੇਣਾ ਜਿਹੜਾ ਤੇਰਾ ਝੂਠ ਦਾ ਕਾਨੂੰਨ ਹੈ। ਬੰਦਿਆਂ ਜੀ ਸਾਡੀ ਕਿਹੜਾ ਡੰਗਰਾਂ ਦੀ ਜੂਨ ਹੈ। ਤੋੜੀਆਂ ਨੇ ਤੂੰ ਜੋ ਅਸੀਂ ਜੋੜ ਕੇ ਹਟਾਂਗੇ। ਨੀ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ। ਬਹੁਤ ਅੱਛਾ। ਤੋੜ ਕੇ ਹਟਾਂਗੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਜੀ। ਬਹੁਤ ਧੰਨਵਾਦ ਪ੍ਰੀ ਸਾਹਿਬ। ਬਹੁਤ ਵਧੀਆ ਜੀ। ਬਹੁਤ ਵਧੀਆ। ਵੱਖ-ਵੱਖ ਰੰਗ ਸਾਡੇ ਸਾਹਮਣੇ ਪੇਸ਼ ਕੀਤੇ ਨੇ। ਬਹੁਤ ਵਧਾਈ ਕਲਾਮ ਤੁਹਾਡਾ ਅਸੀਂ ਅੱਜ ਮਾਣਿਆ। ਇਸ ਤੋਂ ਪਹਿਲਾਂ ਕਿ ਨਸੀਮ ਸੰਗਰਾਂ ਨੂੰ ਅਸੀਂ ਇਨਵਾਈਟ ਕਰੀਏ, ਮੈਂ ਵੀ ਇੱਕ ਗੀਤ ਦੇ ਕੁਝ ਬੰਦ ਤੁਹਾਡੇ ਨਾਲ ਹਾਂਜੀ ਬਹੁਤ ਸਾਰੇ ਗੀਤਾਂ ਦੇ ਵਿੱਚ ਦਿੱਲੀ ਨੂੰ ਐਡਰੈਸ ਕੀਤਾ। ਸਾਡੇ ਮੇਰੇ ਖਿਆਲ 'ਚ ਹਜ਼ਾਰਾਂ ਕਵਿਤਾਵਾਂ ਗੀਤ ਨੇ। ਤੇ ਮੈਂ ਆਪਣੇ ਇਸ ਗੀਤ ਦੇ ਵਿੱਚ ਪੰਜਾਬ ਨੂੰ ਐਡਰੈਸ ਕਰ ਰਿਹਾ। ਦੇ ਬੋਲ ਨੇ ਜਿਉਂਦਾ ਰਹਿ ਪੰਜਾਬ ਸੇ। ਮੁੜ ਮੁੜ ਲੁੱਟਿਆ, ਮੁੜ ਮੁੜ ਕੁੱਟਿਆ, ਮੁੜ ਮੁੜ ਲੁੱਟਿਆ, ਮੁੜ ਮੁੜ ਕੁੱਟਿਆ, ਮੁੜ ਮੁੜ ਉੱਠਿਆ, ਜਿਉਂਦਾ ਰਹਿ ਪੰਜਾਬ ਸਿਆਂ। ਮਰ ਮਰ ਕੇ ਤੂੰ ਖੱਬਲ ਵਾਂਗੂ ਮੁੜ ਮੁੜ ਫੁੱਟਿਆ। ਜਿਉਂਦਾ ਰਹਿ ਪੰਜਾਬ ਸਿਆਂ। ਕਿਆ ਬਾਤ ਹੈ ਡਾਕਟਰ ਸਾਹਿਬ। ਬਹੁਤ ਅੱਛਾ। ਕਿੰਨੇ ਗੌਰੀ ਗਜ਼ਨੀ ਆਏ, ਕਿੰਨੇ ਬਾਬਰ ਜਾਬਰ ਆਏ,
ਕਿੰਨੇ ਤੁਰਕੀ ਅਤੇ ਦੁਰਾਨੀ ਬਣ ਆਏ ਖੱਬੀ ਖਾਨੀ, ਬੜੇ ਪਰੰਗੇ ਕੀਤੇ ਦੰਗੇ, ਤੂੰ ਨਾ ਝੁਕਿਆ, ਜਿਉਂਦਾ ਰਹਿ ਪੰਜਾਬ ਸਿਆਂ। ਪੰਜਾਬ ਸਿਆਂ, ਕੀ ਬਾਤ ਹੈ, ਬਹੁਤ ਵਧੀਆ। ਜਿਉਂਦਾ ਰਹਿ ਪੰਜਾਬ ਸਿਆਂ। ਵਾਹ। ਜਿਸਨੇ ਪੱਗ ਨੂੰ ਹੱਥ ਲਗਾਇਆ, ਉਹ ਹੱਥ ਫਿਰ ਤੂੰ ਰੇਤ ਰਲਾਇਆ। ਵਾਹ। ਜਿਸਨੇ ਪੱਗ ਨੂੰ ਹੱਥ ਲਗਾਇਆ, ਉਹ ਹੱਥ ਫਿਰ ਤੂੰ ਰੇਤ ਰਲਾਇਆ। ਤੂੰ ਯੁੱਧਾਂ ਦਾ ਹੈ ਹਮਸਾਇਆ, ਤੇਰਾ ਸ਼ਮਲਾ ਫਿਰ ਲਹਿਰਾਇਆ। ਜੜਾਂ ਤੇਰੀਆਂ ਸਹੇ ਕੁਹਾੜੇ ਕਿੰਨੇ ਸਾਰੇ, ਪਰ ਨਾ ਸੁੱਕਿਆ, ਜਿਉਂਦਾ ਰਹਿ। ਜਿਉਂਦਾ ਰਹਿ ਪੰਜਾਬ ਸਿਆਂ, ਕੀ ਬਾਤ ਹੈ। ਜੜਾਂ ਤੇਰੀਆਂ ਸਹੇ ਕੁਹਾੜੇ ਕਿੰਨੇ ਸਾਰੇ, ਪਰ ਨਾ ਸੁੱਕਿਆ, ਜਿਉਂਦਾ ਰਹਿ ਪੰਜਾਬ ਸਿਆਂ। ਮਰ ਮਰ ਕੇ ਤੂੰ ਖੱਬਲ ਵਾਂਗੂ ਮੁੜ ਮੁੜ ਫੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ, ਕੀ ਬਾਤ। ਇਹ ਮਿੱਟੀ ਹੈ ਘਰ ਗੁਰੂਆਂ ਦਾ, ਇਸ ਮਿੱਟੀ ਘਰ ਗੁਰੂਆਂ ਦਾ। ਇਹ ਮਿੱਟੀ ਹੈ ਘਰ ਗੁਰੂਆਂ ਦਾ, ਇਸ ਮਿੱਟੀ ਨੂੰ ਵਰ ਗੁਰੂਆਂ ਦਾ। ਇਸ ਮਿੱਟੀ ਨੇ ਜੰਮੇ ਸਾਡੇ ਭਗਤ ਸਰਾਬੇ ਗਦਰੀ ਬਾਬੇ। ਪੱਕੜ ਹੋਗੀ ਧੱਕੜ ਹੋਗੀ, ਇਸ ਮਿੱਟੀ ਨੂੰ ਜਦ ਜਦ ਕੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ। ਵਾਹ। ਪੰਜਾਬ ਸਿਆਂ। ਪੱਕੜ ਹੋਗੀ ਧੱਕੜ ਹੋਗੀ, ਇਸ ਮਿੱਟੀ ਨੂੰ ਜਦ ਜਦ ਕੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ। ਪੰਜਾਬ ਸਿਆਂ। ਖੱਬਲ ਵਾਂਗੂ ਮੁੜ ਮੁੜ ਫੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ, ਕੀ ਬਾਤ। ਹੁਣ ਫਿਰ ਸੂਲੀ ਚਾੜਿਆ ਤੈਨੂੰ, ਹੁਣ ਫਿਰ ਸੂਲੀ ਚਾੜਿਆ ਤੈਨੂੰ, ਅੱਗੇ ਫੇਰ ਨਕਾਰਿਆ ਤੈਨੂੰ। ਚੱਲ ਉੱਠ ਬੁੱਲਿਆ ਮਾਂ ਦੇ ਦੁੱਲਿਆ, ਚੱਲ ਉੱਠ ਬੁੱਲਿਆ ਮਾਂ ਦੇ ਦੁੱਲਿਆ। ਹੁਣ ਫਿਰ ਹੈ ਲਲਕਾਰਿਆ ਤੈਨੂੰ, ਸਿਰ ਨਾ ਮੁੱਕੇ ਤੀਰ ਨਾ ਟੁੱਟੇ, ਨਾ ਹੀ ਤੇਰਾ ਕਮਾਨ ਹੈ ਟੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ। ਜਿਉਂਦਾ ਰਹਿ ਪੰਜਾਬ ਵਾਂਗੂ ਮੁੜ ਮੁੜ ਫੁੱਟਿਆ, ਜਿਉਂਦਾ ਰਹਿ ਪੰਜਾਬ ਸਿਆਂ, ਕੀ ਬਾਤ ਹੈ। ਵਾਹ ਜੀ ਵਾਹ, ਬਹੁਤ ਸੋਹਣਾ ਗੀਤ ਹੈ ਸਾਹਿਬ। ਸਾਡੇ ਕੋਲੇ ਸਾਡੇ ਮਹਿਫਲ ਦੇ ਸਿਖਰ ਤੇ ਐਸ ਨਸੀਮ ਸਰ ਨੇ। ਐਸ ਨਸੀਮ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਐਸ ਨਸੀਮ ਕੋਲੇ ਦੋਨੇ ਚੀਜ਼ਾਂ ਨੇ। ਇਹਨਾਂ ਨੂੰ ਅਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਤੇ ਬਹੁਤ ਸਾਰੇ ਸ਼ੇਅਰਾਂ ਕਰਕੇ ਜਾਣਦੇ ਹਾਂ, ਪਰ ਕਈ ਵਾਰ ਇੱਕ ਸ਼ੇਅਰ ਵੀ ਬੰਦੇ ਦੀ ਪਹਿਚਾਣ ਬਣ ਜਾਂਦਾ ਹੈ। ਮੈਂ ਇਹਨਾਂ ਨੂੰ ਅਕਸਰ ਇੱਕ ਸ਼ੇਅਰ ਕਰਕੇ ਬਹੁਤ ਯਾਦ ਕਰਦਾ ਹੁੰਨਾ ਕਿ ਮੁਰਦਾ ਤਾਂ ਸੀਸ ਝੁਕਾ ਕੇ ਤੁਰਿਆ ਚੱਲ, ਜਿੰਦਾ ਜਿੰਦਾਬਾਦ। ਹਾਂ, ਕੀ ਬਾਤ। ਮੈਨੂੰ ਬਾਰ-ਬਾਰ ਐਸ ਨਸੀਮ ਸਰ ਦਾ। ਸੋ ਐਸ ਨਸੀਮ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਤੁਹਾਨੂੰ ਹੁਣ ਮਾਣਾਂਗੇ। ਸਵਾਗਤ ਹੈ ਸਰ ਤੁਹਾਡਾ। ਡਾਕਟਰ ਕੁਲਦੀਪ ਦੀਪ ਜੀ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਪਿਆਰੇ ਸ਼ਾਇਰਾਂ ਨੂੰ ਸੁਣਨ ਦਾ ਮੌਕਾ ਦਿੱਤਾ। ਬਰਸਾਤੀ ਡੱਡੂ ਬੰਦ ਕਰੀਏ। ਬਹੁਤ ਪਿਆਰੀ ਸ਼ਾਇਰੀ ਸੁਣਨ ਨੂੰ ਮਿਲੀ ਹੈ ਔਰ ਮੈਂ ਇਸ ਚੈਨਲ ਦੇ ਦਰਸ਼ਕਾਂ ਦਾ ਵੀ ਧੰਨਵਾਦੀ ਹਾਂ ਜੋ ਸੁਣ ਰਹੇ ਆ। ਤੇ ਅੱਜ ਦਾ ਦੌਰ ਜਿਹੜਾ ਹੈ, ਇੱਕ ਅਲੰਬੀਏ ਦਾ ਦੌਰ, ਇੱਕ ਵਿਡੰਬਨਾ ਦਾ ਦੌਰ ਹੈ ਔਰ ਇਸ ਵਿਡੰਬਨਾ ਦੇ ਵਿੱਚ ਜਿਸ ਤਰ੍ਹਾਂ ਦੀ ਸ਼ਾਇਰੀ ਹੋ ਸਕਦੀ ਹੈ, ਕੁਛ ਉਸੇ ਤਰ੍ਹਾਂ ਦੀ ਸ਼ਾਇਰੀ ਮੈਂ ਵੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇੱਕ ਗਜ਼ਲ ਦਾ ਮਸਲਾ ਹੈ ਕਿ ਐਸਾ ਗਾਜ਼ੀ ਕੌਣ ਹੈ, ਇਸ ਦੌਰ ਵਿੱਚ ਆਏਗਾ ਕੌਣ। ਐਸਾ ਗਾਜ਼ੀ ਕੌਣ ਹੈ, ਇਸ ਦੌਰ ਵਿੱਚ ਆਏਗਾ ਕੌਣ। ਦੇਖਦੇ ਹਾਂ ਹੁਣ ਸਿਤਮਗਰ ਨਾਲ ਟਕਰਾਏਗਾ ਕੌਣ। ਕੀ ਬਾਤ, ਬਹੁਤ ਅੱਛਾ। ਔਰ ਇਹ ਸਿਆਸਤ ਤੇਰੀ ਜਦ ਵਿੱਚ ਕੀ ਪਤਾ ਆਏਗਾ ਕੌਣ। ਇਹ ਸਿਆਸਤ ਤੇਰੀ ਜਦ ਵਿੱਚ ਕੀ ਪਤਾ ਆਏਗਾ ਕੌਣ। ਕੌਣ ਬਚ ਕੇ ਜੀ ਸਕੇਗਾ, ਮਾਰਿਆ ਜਾਏਗਾ ਕੌਣ। ਕੀ ਬਾਤ ਹੈ। ਬਹੁਤ ਅੱਛਾ। और शेर देखना कि जो कदे कातिल सी तेरा हुण वही मुनसिफ भी है। जो कदे कातिल सी तेरा हुण वही मुनसिफ भी है। हक दी अर्जी है तेरी, गौर फरमाएगा कौन। क्या बात है, गौर फरमाएगा तेरा हुण वही मुनसिफ भी है। हक दी अर्जी है तेरी, गौर फरमाएगा कौन। बहुत सोहना। और कौन है दीदा बरू, बोलेगा जालिम दे खिलाफ। कौन है दीदा बरू, बोलेगा जालिम दे खिलाफ। सच दा परचम सरे बाजार लहराएगा कौन। बहुत अच्छा। और हवा चली कुलैनी, बुझ गए सारे चिराग।
हवा चली कुलहणी बुझ गए सारे चिराग हुण जे जुगनों भी न याद आया तो याद आएगा कौन। क्या बात है, क्या बात है। हुण जे जुगनों भी न याद आया याद आएगा कौन। हाँ। और कोई दीवाना कोई आशिक नजर आउंदा नहीं, कोई दीवाना कोई आशिक नजर आउंदा नहीं। लगी हुण तेरियां जुल्फां नूं सुलझाएगा कौन। क्या बात है, क्या बात। कोई दीवाना कोई आशिक नजर आउंदा नहीं, जिंदगी हुण तेरियां जुल्फां नूं सुलझाएगा कौन। और शेर देखियो कि चूस के मेरा लहू आया है तेरे ते निखार। चूस के मेरा लहू आया है तेरे ते निखार। तू न तड़ पाएगा जालिम और तड़ पाएगा कौन। क्या बात है नसीम साहब, क्या बात है। मेरा लहू आया है तेरे ते निखार। तू न तड़ पाएगा जालिम और तड़ पाएगा कौन। क्या बात है। और जुल्म ते ना मान कर जालिम समेदा गेड़ है। जुल्म ते ना मान कर जालिम समेदा गेड़ है। की पता है कौन हंसेगा ते पछताएगा कौन। क्या बात है नसीम साहब, क्या ना मान कर जालिम समेदा गेड़ है। की पता है कौन हंसेगा ते पछताएगा कौन। पर मकता है कि ना समझ होवे तो समझाए कोई उसनु नसीम। ना समझ होवे तो समझाए कोई उसनु नसीम। समझ के ना समझ है उसनु समझाएगा कौन। क्या बात है, क्या बात। गाजी कौन है इस दौर विच आएगा कौन। देख दे हाँ हुण सितमगर नाल कौन। और इसी तरह दी एक गजल दे चंद शेर होर अर्ज कर देना कि हनेरे दी हुकूमत दा जमाना बीत जाएगा मगर वक्त लगेगा। हनेरे दी हुकूमत दा जमाना बीत जाएगा मगर कुछ वक्त लगेगा। नवा चानन बरूहा ते नवे सुपने ले आएगा मगर कुछ वक्त लगेगा। क्या बात, क्या बात। मेरे दी हुकूमत दा जमाना बीत जाएगा मगर कुछ वक्त लगेगा। नवा चानन बरूहा ते नवे सुपने ले आएगा मगर कुछ वक्त लगेगा। अजे तां तेज है झक्खड़ दरख्तां दी है कमबख्ती तबाही दा जमाना है। अजे तां तेज है झक्खड़ दरख्तां दी है कमबख्ती तबाही दा जमाना है। परिंदा फिरे ना ही टहनियां ते घर बनाएगा मगर अजे कुछ वक्त लगेगा। बहुत सोहना। ये तां तेज है झक्खड़ दरख्तां दी है कमबख्ती तबाही दा जमाना है। परिंदा फिरे ना ही टहनियां ते घर बनाएगा मगर कुछ वक्त लगेगा। और अनेकां कालियां रातां नूं डोबू पैणगे एक दिन हजारां रंग बोलणगे। अनेकां कालियां रातां नूं डोबू पैणगे हजारां रंग बोलणगे। सवेरे दा नवां सूरज नवां परचम चुलाएगा मगर कुछ वक्त लगेगा। अनेकां कालियां रातां नूं डोबू पैणगे एक दिन हजारां रंग बोलणगे। सवेरे दा नवां सूरज नवां परचम चुलाएगा मगर कुछ वक्त लगेगा। और फिर देखियो कि वफादा सिलसिला भावें अजे कमजोर लगदा है सितम मुंह जोर लगदा है। वफादा सिलसिला भावें अजे कमजोर लगदा है सितम जोर लगदा है। वफादा बीतिया होया जमाना फिर आएगा मगर कुछ वक्त लगेगा। वफादा बीतिया होया जमाना फिर आएगा मगर कुछ वक्त लगेगा। और तुहाडी बेगुनाही वक्त नूं शीशा दिखाएगी ते खलकत तुहाडी बेगुनाही वक्त नूं शीशा दिखाएगी ते खलकत जान जाएगी। तुहाडे कातलां विच हाकमां दा नाम आएगा मगर कुछ वक्त लगेगा। क्या बात है। तुहाडी बेगुनाही वक्त नूं शीशा दिखाएगी ते खलकत जान जाएगी। तुहाडे कातलां विच हाकमां दा नाम आएगा मगर कुछ वक्त लगेगा। और मुखौटा पहन के जालिम कदों तक मुंह छुपाएगा कि आखिर हार जाएगा।
कदों तक मुंह छुपाएगा कि आखिर हार जाए, तेरी कोजी हकीकत नू जमाना जान जाएगा, मगर कुछ वक्त लगेगा। क्या बात है। कोटा पहन के जालिम कदों तक मुंह छुपाएगा कि आखिर हार जाएगा, तेरी कोजी हकीकत नू जमाना जान जाएगा, मगर कुछ वक्त लगेगा। और आखिरी शेर इस गजल दा कि अगर तू सच नू आवाज देवेगा मेरे शायर, सच्चाई नू पुकारेगा। अगर तू सच नू आवाज देवेगा मेरे शायर, सच्चाई नू पुकारेगा, तेरे शेरां नू गूंगा जमाना गुनगुनाएगा, मगर कुछ वक्त लगेगा। बहुत अच्छा जी। बीत जाएगा मगर कुछ वक्त लगेगा, नवा चानन रूहां ते नवे सुपने ले आएगा, मगर कुछ वक्त लगेगा। बहुत शुक्रिया। बहुत सोहनी गल, बहुत सोहना जी, बहुत सोहना जी। ਦੀ ਹਿਕਮਤ ਤੇ ਲਿਖੀ ਹੋਈ ਇਬਾਰਤ ਸਾਨੂੰ ਇਹੋ ਜਿਹੇ ਸ਼ਬਦਾਂ ਦੀ, ਇਹੋ ਜਿਹੇ ਅਲਫਾਜ਼ਾਂ ਦੀ, ਇਹੋ ਜਿਹੇ ਮੈਟਾਫਰਾਂ ਦੀ ਬਹੁਤ ਜ਼ਰੂਰਤ ਹੈ ਇਸ ਵੇਲੇ। ਸੱਚਮੁੱਚ ਜਿਹੜੇ ਫੇਜ਼ ਦੇ ਵਿੱਚੋਂ ਇਸ ਵੇਲੇ ਸੰਘਰਸ਼ ਲੰਘ ਰਿਹਾ, ਉਸ ਫੇਜ਼ ਦੀ ਕਵਿਤਾ ਹੈ ਕਿ ਅਸੀਂ ਲੜ ਰਹੇ ਹਾਂ ਪਰ ਅਜੇ ਕੁਝ ਵਕਤ ਲੱਗੇਗਾ, ਸਾਰਾ ਕੁਝ ਸਾਹਮਣੇ ਆ ਜਾਣਾ, ਸੱਚ ਝੂਠ ਦਾ ਨਤਾਰਾ ਹੋ ਜਾਣਾ, ਸਲਤਨਤਾਂ ਹਾਰਨਗੀਆਂ ਆਵਾਮ ਦੇ ਸਾਹਮਣੇ। ਸ਼ਾਇਰ ਨਸੀਮ ਦੀ ਇਹ ਕਵਿਤਾ ਕਹਿ ਰਹੀ ਹੈ ਤੇ ਸਾਡੇ ਸੰਘਰਸ਼ ਦੀ ਆਵਾਜ਼ ਵੀ ਇਹ ਕਹਿ ਰਹੀ ਹੈ। ਤੇ ਮੈਨੂੰ ਇਹ ਬਹੁਤ ਚੰਗਾ ਲੱਗ ਰਿਹਾ ਹੈ ਕਿ ਐਸ ਨਸੀਮ ਹੋਰੀ ਤਾਂ ਬਹੁਤ ਵੱਡੇ ਸ਼ਾਇਰ ਸਾਡੇ ਹੈ ਹੀ, ਪਰ ਐਸ ਨਸੀਮ ਤੋਂ ਬਿਨਾਂ ਬਾਕੀ ਜਿਹੜੇ 9 ਪੋਇਟ ਨੇ ਉਹ ਸਾਡੀ ਨਵੀਂ ਪੰਜਾਬੀ ਕਵਿਤਾ ਦਾ ਨਵਾਂ ਹਸਤਾਖਰ ਨੇ। ਉਹ ਅਗਲੀ ਪੀੜ੍ਹੀ ਹੈ ਸਾਡੀ ਪੰਜਾਬੀ ਕਵਿਤਾ ਦੀ, ਤੇ ਇਹਨਾਂ ਦੇ ਕਲਾਮ ਸੁਣ ਕੇ ਲੱਗਦਾ ਹੈ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ, ਜਿਹੜੀ ਹੁਣ ਇਸ ਵੇਲੇ ਜਿਹਨੇ ਸਰਵਾਈਵ ਕਰਨਾ ਹੈ, ਜਿਹਨੇ ਹੁਣ ਵਰਤਮਾਨ ਵੀ ਨੇ ਤੇ ਜਿਨ੍ਹਾਂ ਨੇ ਭਵਿੱਖ ਵੀ ਬਣਨਾ ਪੰਜਾਬੀ ਕਵਿਤਾ, ਬਹੁਤ ਖੂਬਸੂਰਤ ਹੈ। ਸਾਰੇ ਸ਼ਾਇਰ ਜਿੰਨੇ ਅੱਜ ਇੱਥੇ ਬੋਲੇ ਨੇ, ਸਤੀਸ਼ ਵਿਦਰੋਹੀ ਹੋਰਾਂ ਤੋਂ ਲੈ ਕੇ ਰਾਜਦੀਪ ਤੂਰ, ਮੈਡਮ ਅਨੂਬਾਲਾ ਜੈਪਾਲ ਨੂੰ ਅਸੀਂ ਨਹੀਂ ਸੁਣ ਸਕੇ, ਮਹਾਦੇਵ, ਮੈਡਮ ਮਨਿੰਦਰ, ਪਾਲੀ ਖਾਦਮ, ਸਤਨਾਮ ਚੌਹਾਨ ਤੇ ਮਨਜੀਤ ਪੁਰੀ ਤੱਕ ਤੁਹਾਡੇ ਤੋਂ ਸਰ ਬਹੁਤ ਆਸਾਂ ਨੇ। ਪੰਜਾਬੀ ਕਵਿਤਾ ਨੂੰ ਸੱਚਮੁੱਚ ਲੋਕਾਂ ਦੇ ਜਜ਼ਬਿਆਂ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਨੂੰ ਅਸੀਂ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਇਸ ਕਮਾਲ ਹੀ ਨੇ ਲੱਗਦਾ ਹੈ। ਸੋ ਬਹੁਤ ਧੰਨਵਾਦ ਸਰ ਤੁਹਾਡਾ। ਅਸੀਂ ਇਹਦਾ ਲਿੰਕ ਬਣਾ ਕੇ ਵੀ ਤੁਹਾਨੂੰ ਤੁਹਾਡੀ ਆਵਾਜ਼ ਆ ਰਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਮਿਲਦੇ ਹਾਂ ਅਗਲੇ ਐਤਵਾਰ। ਸਾਰੇ ਦੋਸਤਾਂ ਨੂੰ ਅਪੀਲ ਹੈ ਜੁੜੇ ਰਹਿਣ ਹਰ ਐਤਵਾਰ ਰਾਤ 8 ਵਜੇ ਮੀਡੀਆ ਪ੍ਰਵਾਸ ਦੇ ਨਾਲ। ਬਹੁਤ ਬਹੁਤ ਚੁੱਪ ਕਰਕੇ ਸੀਗਾ।